ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ। ਇਹ ਵੈਰੀ ਮਿੱਤਰ ਸਭ ਕੀਤਿਆਂ ਨਾ ਮੰਗੇ ਮੰਦਾ। ਇਹ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਸਾਧ ਸੰਗਤ ਜੀਓ, ਆਓ ਦਾਸਾਂ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਰੰਕਾਰ। ਧੰਨ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਜੋਤ ਦੇ ਪੰਜਵੇਂ ਘਟ ਬਾਣੀ ਦੇ ਬੋਹਿਤ ਨਾਮ ਦੇ ਜਹਾਜ਼ ਜੋ ਆਪਣੇ ਉੱਤੇ ਕਿਰਪਾ ਕਰਦੇ ਨੇ। ਇਹ ਦੁਰਲਭ ਦੇਹ ਨੂੰ ਉੱਚੀ ਤੇ ਸੁੱਚੀ ਬਣਾਉਣ ਵਾਸਤੇ, ਨਿਰਮਲ ਕਰਨ ਲਈ, ਮਤ ਨੂੰ ਉੱਚੀ ਸੁੱਚੀ ਬਣਾਉਣ ਵਾਸਤੇ, ਨਿਰਮਲ ਕਰਨ ਲਈ, ਭਾਈ ਮਨ ਨੂੰ ਉੱਚਾ ਸੁੱਚਾ ਕਰਨ ਵਾਸਤੇ, ਨਿਰਮਲ ਕਰਨ ਵਾਸਤੇ ਇਸ ਸੰਸਾਰ ਦੇ ਉੱਤੇ ਆ ਕੇ ਜੋ ਆਪਾਂ ਨੂੰ ਹੁਕਮ ਲੱਗਾ ਹੈ ਲਾਹਾ ਖੱਟਣ ਦਾ, ਆਪਾਂ ਉਹ ਲਾਹਾ ਖੱਟਣ ਵਾਸਤੇ ਨਿਰੰਕਾਰ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਕੇ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਕੋਲੋਂ ਉਹਦੀ ਕਿਰਪਾ ਮੰਗੀਏ। ਆਓ ਜੋ ਅਗਾਂਹ ਚੱਲ ਕੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪਣੇ ਉੱਤੇ ਕਿਰਪਾ ਕਰਦੇ ਨੇ, ਜੋ ਆਪਾਂ ਨੂੰ ਉਪਦੇਸ਼ ਦਿੰਦੇ ਨੇ, ਨਿਰੰਕਾਰ ਕਿਰਪਾ ਕਰੇ ਸਾਨੂੰ ਆਪਣੇ ਉਪਦੇਸ਼ ਦੇ ਨਾਲ ਇਸ ਮਨ ਨੂੰ, ਇਸ ਤਨ ਨੂੰ, ਇਸ ਮਤ ਨੂੰ, ਇਸ ਬੁੱਧ ਨੂੰ ਜੋੜ ਲਵੇ। ਆਸਾ ਮਹਿਲਾ ਪੰਜਵਾਂ। जहाँ पठावो तह तह जाई, जो तुम देहो सोई सुख पाई। ਨਿਰੰਕਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਸਿੱਖਾਂ ਨੂੰ ਅਰਦਾਸ ਕਰਨ ਦਾ ਸਤਿਗੁਰ ਜੀ ਇੱਕ ਅੰਦਾਜ਼ ਸਿਖਾਉਂਦੇ ਨੇ। ਕਹਿੰਦੇ ਨੇ ਜਦੋਂ ਭਾਈ ਤੁਸੀਂ ਗੁਰੂ ਦਾਤੇ ਦੇ ਚਰਨਾਂ ਦੇ ਵਿੱਚ ਪਹੁੰਚੋ, ਉੱਥੇ ਜਾ ਕੇ ਅਰਦਾਸ ਕਰੋ ਜਿਹਦੇ ਵਿੱਚ ਨਿਮਰਤਾ ਭਰੀ ਹੋਵੇ, ਜਿਹਦੇ ਵਿੱਚੋਂ ਸਿਰਫ ਖੁਸ਼ੀਆਂ ਆਨੰਦ ਖੇੜੇ ਦੀ ਹੀ ਸੁਗੰਧੀ ਆਉਂਦੀ ਹੋਵੇ। ਉਸ ਦੇ ਵਿੱਚੋਂ ਬਿਲਕੁਲ ਹਉਮੈ, ਹੰਕਾਰ, ਕ੍ਰੋਧ ਜਾਂ ਹੋਰ ਜਿਹੜੇ ਵਿਕਾਰੀ ਤੱਤ ਨੇ ਉਹਨਾਂ ਦੀ ਬਿਲਕੁਲ ਬਦਬੂ ਨਾ ਆਉਂਦੀ ਹੋਵੇ। ਸੋ ਕਹਿੰਦੇ ਇਸ ਤਰ੍ਹਾਂ ਜੇ ਕਿਤੇ ਮਾੜੀ ਮੋਟੀ ਅੜਚਣ ਆ ਵੀ ਜਾਵੇ, ਜਾ ਕੇ ਅਰਦਾਸ ਕਰੋ। ਕੀ ਕਹੋ ਸਤਿਗੁਰ ਸੱਚੇ ਪਾਤਸ਼ਾਹ ਨੂੰ? ਇਹ ਜਿਹੜੇ ਸ਼ਬਦ ਸਾਰੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰਬਾਣੀ ਦੇ ਵਿੱਚ ਨੇ। ਇਹਦੇ ਵਿੱਚ ਬਹੁਤ ਮੱਤ ਦੇ ਵਿੱਚ ਇਹ ਸਾਰੇ ਸ਼ਬਦ ਅਰਦਾਸ ਬੇਨਤੀ ਦੇ ਹੀ ਨਿਰੰਕਾਰ ਸੱਚੇ ਪਾਤਸ਼ਾਹ ਨੇ ਇਸ ਸੰਸਾਰ ਨੂੰ ਬਖਸ਼ਿਸ਼ ਕੀਤੇ ਨੇ। ਇੱਥੇ ਵੀ ਕਹਿੰਦੇ ਨੇ ਕਿ ਆ ਤੂੰ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਨਿਰੰਕਾਰ ਨੂੰ ਕਹਿ, ਜਹਾਂ ਪਠਾਵੋ। ਪਠਾਹੋ ਦਾ ਮਤਲਬ ਹੁੰਦਾ ਹੈ ਭੇਜਦਾ, ਜਿੱਥੇ ਤੁਸੀਂ ਭੇਜਦੇ ਹੋ। ਇਹ ਅਕਾਲ ਪੁਰਖ ਵਾਹਿਗੁਰੂ ਜੀ, ਜਿੱਥੇ ਤੁਸੀਂ ਸਾਨੂੰ ਭੇਜਦੇ ਹੋ ਅਸੀਂ ਉੱਥੇ ਹੀ ਜਾਂਦੇ ਹਾਂ। ਜੋ ਤੁਮ ਦੇਹ ਸੋਈ ਸੁਖ ਪਾਈ। ਜੋ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪ ਸਾਨੂੰ ਦਿੰਦੇ ਹੋ, ਆਪ ਕਿਰਪਾ ਕਰਦੇ ਹੋ ਸਾਡੇ ਉੱਤੇ, ਸਤਿਗੁਰੂ ਜੀ ਦਾਤਾਂ ਦਿੰਦੇ ਹੋ, ਚਾਹੇ ਉਹ ਦੁੱਖ ਦੀ ਦਾਤ ਹੈ, ਚਾਹੇ ਉਹ ਸੁੱਖ ਦੀ ਦਾਤ ਹੈ, ਚਾਹੇ ਅਮੀਰੀ ਦੀ, ਚਾਹੇ ਗਰੀਬੀ ਦੀ। ਨਿਰੰਕਾਰ ਸੱਚੇ ਪਾਤਸ਼ਾਹ ਜੀ ਮੈਂ ਸਾਰੀਆਂ ਦਾਤਾਂ ਆਪ ਜੀ ਨੂੰ ਪ੍ਰਵਾਨ ਕਰਦਾ ਹੋਇਆ ਨਿਰੰਕਾਰ ਆਪ ਜੀ ਦਾ ਜਨ ਬਣ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰੀਆਂ ਦੇ ਵਿੱਚੋਂ ਸੁਖ ਪ੍ਰਾਪਤ ਕਰਦਾ ਹਾਂ। ਸਦਾ ਚਿਰੇ ਗੋਵਿੰਦ ਗੁਸਾਈ, ਤੁਮਰੀ ਕਿਰਪਾ ਤੇ ਤ੍ਰਿਪਤ ਅਗਾਈ। ਇਹ ਸੰਸਾਰ ਦੇ ਪ੍ਰਤਪਾਲਕ ਗੋਬਿੰਦ ਗੁਸਾਈ ਪ੍ਰਮਾਤਮਾ ਜੀਓ, ਅਸੀਂ ਤਾਂ ਸਦਾ ਹੀ ਆਪ ਦੇ ਚੇਰੇ, ਚੇਰੇ ਦਾ ਮਤਲਬ ਹੁੰਦਾ ਦਾਸ ਭਾਈ। ਅਸੀਂ ਤਾਂ ਆਪ ਦੇ ਸਦਾ ਹੀ ਦਾਸ ਹਾਂ। ਆਪ ਕਿਰਪਾ ਕਰਕੇ ਸਾਨੂੰ ਦਾਸ ਬਣਾ ਲੈਣਾ ਸਤਿਗੁਰ ਸੱਚੇ ਪਾਤਸ਼ਾਹ ਜੀ। ਆਪ ਜੀ ਦੀ ਕਿਰਪਾ ਦੇ ਨਾਲ ਮੈਂ ਸਦਾ ਇਸ ਸੰਸਾਰੀ ਪਦਾਰਥਾਂ ਤੋਂ ਰੱਜਿਆ ਪੁੱਜਿਆ ਰਹਿੰਦਾ ਹਾਂ, ਤ੍ਰਿਪਤ ਹੋ ਕੇ ਰੱਜਿਆ ਰਹਿੰਦਾ ਹਾਂ। ਰਹਾਓ ਤੁਮਰਾ ਦੀਆ ਪੈਨੂ ਖਾਈ, ਤੋਂ ਪ੍ਰਸਾਦ ਪ੍ਰਭ ਸੁਖੀ ਵਲਾਈ। ਵਾਹਿਗੁਰੂ ਜੀ ਜੋ ਆਪ ਸਾਨੂੰ ਵਸਤਰ ਦਿੰਦੇ ਹੋ, ਸਤਿਗੁਰ ਤਾਂ ਪ੍ਰੇਮ ਦਾ ਵਸਤਰ ਦਿੰਦੇ ਨੇ ਭਾਈ। ਆਪਾਂ ਸਾਰਿਆਂ ਨੂੰ ਕਹਿੰਦੇ ਨੇ ਜੋ ਤੁਸੀਂ ਦੇ ਰਹੇ ਹੋ ਸਤਿਗੁਰ ਸੱਚੇ ਪਾਤਸ਼ਾਹ ਜੀ, ਉਹੀ ਅਸੀਂ ਪਹਿਨਦੇ ਹਾਂ। ਇਹ ਵੀ ਆਪ ਜੀ ਦੀ ਦਿੱਤੀ ਹੋਈ ਦਾਤ ਹੈ। ਜੋ ਭੋਜਨ ਆਪ ਜੀ ਸਾਨੂੰ ਬਖਸ਼ਿਸ਼ ਕਰਦੇ ਹੋ ਅਸੀਂ ਉਹ ਵੀ ਖਾਂਦੇ ਹਾਂ, ਇਹ ਵੀ ਆਪ ਜੀ ਦੀ ਹੀ ਦਾਤ ਹੈ। ਤੋ ਪ੍ਰਸਾਦ
ਪ੍ਰਭ ਸੁਖ ਬੁਲਾਈ। ਕਹਿੰਦੇ ਤੁਹਾਡੀ ਕਿਰਪਾ ਦੇ ਨਾਲ ਇਸ ਤਰ੍ਹਾਂ ਰਹਿਣ ਦੇ ਕਰਕੇ ਆਪ ਜੀ ਦੇ ਚਰਨਾਂ ਦੇ ਭੋਰੇ ਬਣ ਕੇ ਨਿਰੰਕਾਰ ਜੀ ਸਾਨੂੰ ਵਿਲਾਈ ਦਾ ਮਤਲਬ ਹੁੰਦਾ ਬਤੀਤ ਕਰਨਾ। ਮੈਂ ਆਪਣਾ ਸਾਰਾ ਜੀਵਨ ਨਿਰੰਕਾਰ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਬਤੀਤ ਕਰਨਾ ਚਾਹੁੰਦਾ ਹਾਂ। ਮਨ ਤਨ ਅੰਤਰ ਤੁਝੇ ਤੇ ਆਈ, ਤੁਮ ਰਹਿ ਲਵੈ ਨ ਕੋ ਲਾਈ। ਇਹ ਪਰਮੇਸ਼ਰ ਜੀ ਆਪ ਜੀ ਦੀ ਕਿਰਪਾ ਦੇ ਨਾਲ ਮੈਂ ਮਨ ਤਨ ਦੇ ਅੰਦਰ ਸਦਾ ਹੀ ਆਪ ਜੀ ਨੂੰ ਧਿਆਉਂਦਾ ਹਾਂ, ਆਪ ਜੀ ਦੇ ਨਾਮ ਦੇ ਹੀ ਗੁਣ ਗਾਉਂਦਾ ਹਾਂ, ਆਪ ਜੀ ਦੀ ਹੀ ਵਡਿਆਈ ਕਰਦਾ ਹਾਂ। ਤੁਮਰੇ ਲਵੇ ਨਾ ਕੋ ਲਾਈ। ਕਹਿੰਦੇ ਵਾਹਿਗੁਰੂ ਲਵੇ ਕਹਿੰਦੇ ਨੇ ਬਰਾਬਰ, ਆਪ ਜੀ ਦੇ ਬਰਾਬਰ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਹੋਰ ਕੋਈ ਨਹੀਂ ਹੈ, ਤੇ ਨਾ ਹੀ ਆਪ ਜੀ ਤੋਂ ਇਲਾਵਾ ਕੋਈ ਚੀਜ਼ ਸਾਨੂੰ ਚੰਗੀ ਲੱਗਦੀ ਹੈ। ਕਹੋ ਨਾਨਕ ਨਿਤ ਇਵੇਂ ਤੇ ਆਈ, ਗਤ ਹੋਵੇ ਸੰਤੈ ਲਗ ਪਾਈ। ਨਿਰੰਕਾਰ ਜੀ ਮੇਰੇ ਉੱਤੇ ਕਿਰਪਾ ਕਰਦੇ ਰਹੋ, ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ। ਮੈਂ ਇਸੇ ਤਰ੍ਹਾਂ ਨਿਤਾ ਪ੍ਰਤੀ ਆਪ ਜੀ ਦੇ ਨਾਮ ਦੀ ਬੰਦਗੀ ਕਰਦਾ ਰਹਾ, ਆਪ ਜੀ ਨੂੰ ਧਿਆਉਂਦਾ ਰਹਾ, ਆਪ ਜੀ ਦੀ ਵਡਿਆਈ ਕਰਦਾ ਰਹਾ। ਗਤ ਹੋ ਪੈ ਸੰਤੈ ਲਗ ਪਾਈ। ਔਰ ਨਿਰੰਕਾਰ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਕਰਦਿਆਂ ਤੋਂ ਆਪ ਜੀ ਦੇ ਪਿਆਰੇ ਮਹਾਤਮਾ ਜਨ, ਆਪ ਜੀ ਦੇ ਬਖਸ਼ੇ ਹੋਏ ਜਿਹੜੇ ਸਾਧੂ ਸੰਤ ਹਨ, ਉਹਨਾਂ ਦੀ ਮੈਨੂੰ ਸੰਗਤ ਬਖਸ਼ਿਸ਼ ਕਰਦੇ। ਉਹਨਾਂ ਦੀ ਸੰਗਤ ਦੇ ਵਿੱਚ ਜਾ ਕੇ ਮੈਂ ਉਹਨਾਂ ਦੇ ਚਰਨਾਂ ਦੇ ਨਾਲ ਲਾ ਕੇ ਉਹਨਾਂ ਦੀ ਸੇਵਾ ਕਰਾਂ। ਉਹਨਾਂ ਦੀ ਸੇਵਾ ਕਰ ਕਰਕੇ ਵਾਹਿਗੁਰੂ ਜੀ ਆਪ ਦਾ ਰੂਪ ਜਾਣ ਕੇ ਉਹਨਾਂ ਦੇ ਕੋਲੋਂ ਮੈਂ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਮੁਕਤੀ ਦੇ ਦਰ ਦਾ ਗਿਆਨ ਹਾਸਲ ਕਰ ਲਵਾਂ। ਆਸਾ ਮਹਿਲਾ ਪੰਜਵਾਂ, ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਗੁਰੂ ਨਿਰੰਕਾਰ ਜੀ ਕਹਿੰਦੇ ਨੇ ਜੇ ਤੂੰ ਇਸ ਸੰਸਾਰ ਦੇ ਵਿੱਚ ਜਿੰਨੀ ਵੀ ਤੇਰੀ ਉਮਰਾ ਹੈ, ਜੋ ਵੀ ਸਵਾਸ ਤੂੰ ਲਿਖਾ ਕੇ ਆਇਆ ਹਾਂ, ਉਹਨਾਂ ਸਵਾਸਾਂ ਦੇ ਵਿੱਚ ਜੇ ਤੂੰ ਆਨੰਦ ਪ੍ਰਾਪਤ ਕਰਨਾ ਚਾਹੁੰਦਾ, ਜੇ ਸੁਖੀ ਜੀਵਨ ਬਤੀਤ ਕਰਨਾ ਚਾਹੁੰਦਾ, ਫਿਰ ਇਸ ਤਰ੍ਹਾਂ ਕਰ, ਜਿਹੜਾ ਤੇਰਾ ਮਾਲਕ ਹੈ, ਤੇਰੀ ਜਿੰਦ ਜਾਨ ਦਾ, ਤੇਰੇ ਸਵਾਸਾਂ ਦਾ, ਤੇਰੇ ਪ੍ਰਾਣਾਂ ਦਾ ਜਿਹੜਾ ਮਾਲਕ, ਉਹ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਹਨ। ਕਹਿੰਦੇ ਉਹਨੂੰ ਉੱਠਦਿਆਂ ਬਹਿੰਦਿਆਂ ਸੌਂਦਿਆਂ, ਉਠਤ ਬੈਠਤ ਸੋਵਤ, ਸੋਵਤ ਦਾ ਮਤਲਬ ਹੁੰਦਾ ਸੋਣਾ, ਉਸ ਨੂੰ ਹੀ ਧਿਆਈਏ, ਉਸ ਦੀ ਵਡਿਆਈ ਕਰੀਏ, ਉਸ ਨਿਰੰਕਾਰ ਸੱਚੇ ਪਾਤਸ਼ਾਹ ਦੀ ਉਸ ਤਤ ਵਿੱਚ ਨਾਮ ਦੇ ਵਿੱਚ ਜੁੜੇ ਰਹੀਏ। ਮਾਰਗ ਚਲਤ, ਕਿਤੇ ਰਾਸਤੇ ਦੇ ਉੱਤੇ ਚੱਲਦੇ ਹੋਈਏ, ਉਸ ਮਾਰਗ ਦੇ ਉੱਤੇ ਰਸਤੇ ਦੇ ਉੱਤੇ ਵੀ ਉਹ ਨਿਰੰਕਾਰ ਵਾਹਿਗੁਰੂ ਦੇ ਹੀ ਗੁਣ ਗਾਈਏ। ਬੜੇ ਗੁਰੂ ਕੇ ਪਿਆਰੇ ਹੁੰਦੇ ਨੇ ਭਾਈ, ਜਿਹੜੇ ਕਿ ਸੰਸਾਰ ਦੇ ਉੱਤੇ ਜਦੋਂ ਉਹਨਾਂ ਨੇ ਕੋਈ ਪੈਂਡਾ ਕੱਟਣਾ ਹੁੰਦਾ, ਭਾਵੇਂ ਛੋਟਾ ਹੀ ਹੁੰਦਾ ਹੈ, ਇੱਕ ਨਗਰ ਤੋਂ ਦੂਸਰੇ ਨਗਰ ਤੇ ਜਾਂਦੇ ਨੇ, ਸਭ ਤੋਂ ਪਹਿਲਾਂ ਜੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਨੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਗੁਰਦੁਆਰੇ ਜਾ ਕੇ ਕਰਦੇ ਨੇ। ਉੱਥੇ ਜਾ ਕੇ ਬੇਨਤੀ ਕਰਦੇ ਨੇ, ਹੇ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਜੀ, ਇਸ ਪੈਂਡੇ ਦੇ ਵਿੱਚ ਬਸ ਆਪ ਜੀ ਦਾ ਹੀ ਨਾਮ ਚਿਤ ਆਵੇ, ਆਪ ਜੀ ਨੇ ਹੱਥ ਦੇ ਕੇ ਰੱਖਣਾ, ਆਪ ਜੀ ਨੇ ਸੁੱਖਾਂ ਦੇ ਵਿੱਚ ਹੀ ਇਹ ਪੈਂਡੇ ਨੂੰ ਕੱਟ ਦੇਣਾ। ਸਤਿਗੁਰੂ ਜੀ ਇਸੇ ਤਰ੍ਹਾਂ ਆਂਦਿਆਂ ਜਾਂਦਿਆਂ ਦੇ ਵਿੱਚ ਆਪ ਨੇ ਸਹਾਇਕ ਹੋਣਾ। ਸਰਵਣ ਸੁਣੀਜੈ ਅੰਮ੍ਰਿਤ ਕਥਾ, ਜਾਸ ਸੁਨੀ ਮਨ ਹੋਏ ਆਨੰਦਾ, ਦੁਖ ਰੋਗ ਮਨ ਸਗਲੇ ਲਥਾ। ਨਿਰੰਕਾਰ ਜੀ ਕਹਿੰਦੇ ਨੇ ਵੀ ਜਿਹੜੇ ਤੇਰੇ ਸਰਵਣ ਨੇ, ਜਿਨ੍ਹਾਂ ਨੂੰ ਅਸੀਂ ਕੰਨ ਕਹਿੰਦੇ ਹਾਂ ਪੰਜਾਬੀ ਦੇ ਵਿੱਚ, ਕਹਿੰਦੇ ਇਹਦੇ ਰਾਹੀਂ ਸਭ ਕੁਝ ਹੋਰ ਸੰਸਾਰੀ ਗੀਤ ਨਿੰਦਿਆ ਚੁਗਲੀ ਛੱਡਦੇ ਸੁਣਨੀ। ਕਹਿੰਦੇ ਸੁਨੀਜੈ ਅੰਮ੍ਰਿਤ ਕਥਾ, ਇਹ ਜਿਹੜਾ ਮਾਰਗ ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਸ਼ਬਦਾਂ ਦੇ ਵਿੱਚ ਆਪਾਂ ਨੂੰ ਦੇ ਰਹੇ ਨੇ, ਇਹ ਭਾਈ ਉਹ ਮਾਰਗ ਹੈ ਜਿਸ ਮਾਰਗ ਦੇ ਉੱਤੇ ਚੱਲਦਿਆਂ ਸਾਨੂੰ ਮੁਕਤੀ ਮਿਲ ਜਾਂਦੀ ਹੈ। ਸੰਤ ਕਾ ਮਾਰਗ ਵੀ ਕਹਿ ਸਕਦੇ ਹਾਂ ਆਪਾਂ, ਔਰ ਗੁਰਮੁਖਾਂ ਦਾ ਵੀ ਮਾਰਗ ਵੀ ਕਹਿ ਸਕਦੇ ਹਾਂ ਆਪਾਂ। ਇਸ ਕਰਕੇ ਗੁਰੂ ਜੀ ਕਹਿੰਦੇ ਦੇਖੋ ਭਾਈ, ਜੇ ਤੂੰ ਉਹ ਮੁਕਤੀ ਦੇ ਦਰ ਨੂੰ ਹਾਸਲ ਕਰਨਾ ਚਾਹੁੰਦਾ, ਇਹ ਸੰਸਾਰ ਦੇ ਰਹਿੰਦਾ ਹੋਇਆ ਆਪਣੇ ਆਪ ਨੂੰ ਤੋਂ ਉੱਚਾ ਸੁੱਚਾ ਜੀਵਨ ਵਾਲਾ ਬਣਾਉਣਾ ਚਾਹੁੰਦਾ ਹਾਂ, ਤਾਂ ਫਿਰ ਤੂੰ ਇਹ ਕੰਨਾਂ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਅੰਮ੍ਰਿਤ ਸਦਾ ਅਮਰ ਰਹਿਣ ਵਾਲੀ ਕਥਾ ਨੂੰ ਸਰਵਣ ਕਰਿਆ ਕਰ, ਜਿਹਦੇ ਨਾਲ ਤੇਰੇ ਅੰਦਰ ਉਹ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਹੋਰ ਉਸ ਦਾ ਪ੍ਰੇਮ ਵਧੇ। ਜਾਸ ਸੁਣੀ ਮਨ ਹੋਏ ਆਨੰਦਾ, ਕਹਿੰਦੇ ਇਹ ਰੂਪ ਦੇ ਨਾਲ ਸੁਣੇਗਾ ਜਿਸ ਵੇਲੇ ਸਚੇਤ ਹੋ ਕੇ ਮਨ ਤਨ ਨੂੰ ਇਕਾਗਰ ਕਰਕੇ ਨਿਰੰਕਾਰ ਦੀ ਵਡਿਆਈ ਉਸਤਤ ਸੁਣੇਗਾ। ਕਹਿੰਦੇ ਸੁਣਨ ਦੇ ਨਾਲ ਹੀ ਤੇਰਾ ਮਨ ਆਨੰਦ ਦੇ ਵਿੱਚ ਹੋ ਜਾਵੇਗਾ, ਤੇਰਾ ਮਨ ਟਿਕਾ ਦੇ ਵਿੱਚ ਆ ਜਾਵੇਗਾ। ਕਹਿੰਦੇ ਜਿਹੜੇ ਤੇਰੇ ਦੁੱਖ ਰੋਗ ਨੇ, ਵਿਕਾਰ ਨੇ, ਜਾਂ ਵਿਸ਼ੇ ਵਿਕਾਰ ਇੱਥੇ ਦੇ, ਜਾਂ ਜਿਹੜੇ 3 ਤਰ੍ਹਾਂ ਦੇ ਰੋਗ ਨਿਰੰਕਾਰ ਸੱਚੇ ਪਾਤਸ਼ਾਹ ਨੇ, ਉਪਾਦ ਵਿਵਾਦ ਵਾਹਿਗੁਰੂ ਜੀਓ,
ਆਦ ਵਿਆਦ ਉਪਾਦ, ਇਹ ਜਿਹੜੇ 3 ਰੋਗ ਨਿਰੰਕਾਰ ਸੱਚੇ ਪਾਤਸ਼ਾਹ ਨੇ ਕਹੇ ਨੇ, ਉਹ ਰੋਗ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਉਹਦੀ ਰਹਿਮਤ ਦੇ ਨਾਲ, ਉਹਦੀ ਕਥਾ ਸੁਣਨ ਦੇ ਨਾਲ ਸਾਰੇ ਲਹਿ ਜਾਂਦੇ ਹਨ। ਰਹਾਉ ਕਾਰਜ ਕਾਮ ਬਾਟ ਕਾਟ ਜਪੀਜੈ, ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ। ਜਦੋਂ ਵੀ ਕੋਈ ਸੰਸਾਰੀ ਕਾਰਜ ਤੂੰ ਕਰਨਾ ਹੈ, ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਹੈ, ਨਵੀਂ ਕੋਈ ਵਸਤੂ ਲੈਂਦਾ, ਕਈ ਵਾਰ ਆਪਾਂ ਦੇਖਦੇ ਗੁਰੂ ਘਰਾਂ ਦੇ ਵਿੱਚ ਗੁਰਮੁਖ ਆਉਂਦੇ ਨੇ, ਗੱਡੀ ਨਵੀਂ ਲੈਂਦੇ ਨੇ ਜਾਂ ਘਰ ਨਵਾਂ ਲੈਂਦੇ ਨੇ, ਪਹਿਲਾਂ ਨਿਰੰਕਾਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੀ ਕਰਦੇ ਨੇ। ਸੋ ਕਹਿੰਦੇ ਜਾਂ ਕਿਸੇ ਵਿਆਹ ਦਾ ਕੋਈ ਕਾਰਜ ਹੋਵੇ, ਹੋਰ ਕੋਈ ਸ਼ੁਭ ਦਿਨ ਹੋਵੇ, ਉਸ ਵੇਲੇ ਵੀ ਤੂੰ ਵਾਹਿਗੁਰੂ ਨਿਰੰਕਾਰ ਦੇ ਕਿਰਪਾ ਦੇ ਨਾਲ ਤੈਂ ਜਿਹੜੇ ਰਾਸਤਿਆਂ ਦੇ ਉੱਤੇ ਜਾਣਾ ਹੁੰਦਾ, ਇੱਕ ਜਗ੍ਹਾ ਤੋਂ ਦੂਸਰੇ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਅਨੁਭਵ ਕਰੋ ਵੀ ਆਪਾਂ ਆਪਣੀ ਬੱਚੀ ਦਾ ਰਿਸ਼ਤਾ ਲੈ ਕੇ ਦੂਸਰੀ ਜਗ੍ਹਾ ਦੇ ਉੱਤੇ ਜਾ ਕੇ ਉਹ ਸਗਨ ਪਾਉਣਾ ਹੈ। ਕਹਿੰਦੇ ਵੀ ਇਹ ਜਿਹੜੇ ਇਸ ਤਰ੍ਹਾਂ ਦੇ ਕਾਰਜ ਹੁੰਦੇ ਨੇ, ਜਾਂ ਦੂਰ ਥੋੜੀ ਤੇ ਜਾ ਕੇ ਆਪਾਂ ਕਾਰੋਬਾਰ ਸ਼ੁਰੂ ਕਰਨਾ, ਕਹਿੰਦੇ ਉੱਥੇ ਵੀ ਤੂੰ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਜਪਦਾ ਜਾ। ਗੁਰ ਪ੍ਰਸਾਦ ਹਰਿ ਅੰਮ੍ਰਿਤ ਪੀਜੈ, ਕਹਿੰਦੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਵਾਹਿਗੁਰੂ ਦਾ ਜਾਪ ਕਰਦਾ ਤੂੰ ਇਸ ਤਰ੍ਹਾਂ ਜਾਏਗਾ, ਹਰ ਵੇਲੇ ਵਾਹਿਗੁਰੂ ਦੇ ਜਾਪ ਦੀ ਵਡਿਆਈ ਕਰਦੇ ਰਹੇਗਾ। ਵੇ ਗੁਰੂ ਦੀ ਕਿਰਪਾ ਦੇ ਨਾਲ ਤੇਰੇ ਜਿਹੜੇ ਸਾਰੇ ਗਿਆਨ ਦੇ ਇੰਦਰੇ, ਹੋਰ ਬਾਕੀ ਵੀ ਜਿਹੜੇ ਤੇਰੇ ਸਾਰੇ ਇੰਦਰੇ ਨੇ, ਉਹ ਸਦਾ ਹੀ ਇਹ ਅੰਮ੍ਰਿਤ ਰੂਪੀ ਨਾਮ ਦੇ ਨਾਲ ਜਿਹੜੇ ਕਿ ਬਹੁਤ ਉੱਚੇ ਸੁੱਚੇ ਤੇ ਨਿਰਮਲ ਹੋ ਜਾਵਣਗੇ। ਦਿਨ ਸਰੈਨ ਹਰ ਕੀਰਤਨ ਗਾਈਐ, ਸੋ ਜਨ ਜਮ ਕੀ ਵਾਟ ਨ ਪਾਈਐ। ਗੁਰੂ ਜੀ ਕਹਿੰਦੇ ਨੇ ਵੀ ਦਿਨ ਰਾਤ ਉਹ ਪ੍ਰਮਾਤਮਾ ਵਾਹਿਗੁਰੂ ਦੀ ਬੰਦਗੀ ਕਰ, ਕੀਰਤਨ ਕਰ, ਵਡਿਆਈ ਕਰ ਉਸਦੀ। ਜਿਹੜੇ ਇਸ ਤਰ੍ਹਾਂ ਦੇ ਜਨ ਬਣ ਜਾਂਦੇ ਨੇ, ਇਸ ਤਰ੍ਹਾਂ ਦੇ ਦਾਸ ਪਿਆਰੇ ਨਿਰੰਕਾਰ ਦੇ ਬਣ ਜਾਂਦੇ ਨੇ, ਸੋ ਜਨ ਜਮ ਕੀ ਵਾਟ ਨਾ ਪਾਈਏ। ਉਹ ਪੁਰਸ਼ ਜਮਾਂ ਦੀ ਵਾਟ ਨਹੀਂ ਜਾਂਦੇ, ਜਮ ਉਹਨਾਂ ਦੇ ਕੋਲ ਲਾਗੇ ਵੀ ਨਹੀਂ ਆ ਸਕਦੇ। ਆਠ ਪਹਿਰ ਜਿਸ ਵਿਸਰੈ ਨਾਹੀ, ਗਤ ਹੋਵੇ ਨਾਨਕ ਤਿਸ ਲਗ ਪਾਈ। ਜਿਹਨੂੰ 8 ਪਹਿਰ ਉਹ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਜੀ ਭੁੱਲਦੇ ਨਹੀਂ ਹਨ, ਉਹ ਇੱਥੇ ਨਾਮ ਜਪਦੇ ਰਹਿੰਦੇ ਨੇ, ਗਤ ਹੋਵੇ। ਗੁਰੂ ਨਿਰੰਕਾਰ ਜੀ ਕਹਿੰਦੇ ਨੇ ਉਸ ਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਇੱਥੇ ਕਦੋਂ? ਨਾਨਕ ਤਿਸ ਲਗ ਪਾਈ, ਤੇ ਉਸ ਦੀ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਤੇ ਜਿਹੜੇ ਸੰਸਾਰ ਦੇ ਲੋਕ ਨੇ ਉਹ ਵੀ ਉਸ ਦੇ ਚਰਨਾਂ ਦੇ ਉੱਤੇ ਆਣ ਕੇ ਨਮਸਕਾਰ ਕਰਦੇ ਹਨ। ਆਸਾ ਮਹਲਾ ਪੰਜਵਾਂ, ਜਾ ਕੈ ਸਿਮਰਨ ਸੁਖ ਨਿਵਾਸ, ਪਈ ਕਲਿਆਣ ਦੁਖ ਹੋਵਤ ਨਾਸ। ਨਿਰੰਕਾਰ ਜੀ ਕਹਿੰਦੇ ਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਸਾਰੇ ਸੁਖ ਆਣ ਕੇ ਹਿਰਦੇ ਦੇ ਵਿੱਚ ਟਿਕ ਜਾਂਦੇ ਹਨ, ਸਾਰੇ ਸੁਖ ਸਾਨੂੰ ਪ੍ਰਾਪਤ ਹੋ ਜਾਂਦੇ ਨੇ। ਜਾਂ ਭਈ ਕਲਿਆਣ, ਨਿਰੰਕਾਰ ਜੀ ਕਹਿੰਦੇ ਨੇ ਕਲਿਆਣ ਕਹਿੰਦੇ ਨੇ ਭਾਈ ਸੁਖ ਸ਼ਾਂਤ ਨੂੰ। ਜਦੋਂ ਸੁਖ ਸ਼ਾਂਤ ਦਾ ਇਹ ਇੱਕ ਆਪਾਂ ਵੀ ਇਹਨੂੰ ਥੋੜਾ ਜਿਹਾ ਠੇਠ ਪੰਜਾਬੀ ਦੇ ਵਿੱਚ ਕਹਿੰਦੇ ਕਿੱਦਾਂ ਵੀ ਘਰ ਦੇ ਵਿੱਚ ਸੁਖ ਸ਼ਾਂਤ ਹੈ ਤੇਰੇ, ਜਦੋਂ ਦੂਸਰੇ ਦੇ ਕੋਲੋਂ ਆਪਾਂ ਉਹਦੇ ਪਰਿਵਾਰ ਦਾ ਹਾਲ ਚਾਲ ਪੁੱਛਦੇ ਹਾਂ। ਇੱਥੇ ਵੀ ਨਿਰੰਕਾਰ ਜੀ ਕਹਿੰਦੇ ਨੇ ਭਈ ਦੇਖ ਤੈਨੂੰ ਸਦਾ ਹੀ ਸੁਖ ਸ਼ਾਂਤ ਬਣੀ ਰਹੇਗੀ, ਬਣੀ ਰਹਿੰਦੀ ਹੈ ਉਹਨਾਂ ਨੂੰ ਜਿਹੜੇ ਕਿ ਸਿਮਰਨ ਦੇ ਨਾਲ ਦੇ ਹਿਰਦੇ ਦੇ ਵਿੱਚ ਨਾਮ ਨੂੰ ਟਿਕਾ ਕੇ ਜਿਨ੍ਹਾਂ ਨੇ ਸੁੱਖਾਂ ਦੇ ਖਜ਼ਾਨੇ ਪ੍ਰਾਪਤ ਕਰ ਲਏ ਤੇ ਸਾਰੇ ਦੁੱਖਾਂ ਦਾ ਨਿਰੰਕਾਰ ਵਾਹਿਗੁਰੂ ਨਾਸ ਕਰ ਦਿੰਦੇ ਹਨ। ਆਨੰਦ ਕਰਹੁ ਪ੍ਰਭ ਕੇ ਗੁਣ ਗਾਵੋ, ਸਤਿਗੁਰ ਆਪਣਾ ਸਦ ਸਦਾ ਮਨਾਵੋ। ਸੋ ਹੇ ਗੁਰਮੁਖ ਪਿਆਰਿਓ, ਆਨੰਦ ਕਰੋ, ਪ੍ਰਭ ਕੇ ਗੁਣ ਗਾਵੋ। ਪ੍ਰਭੂ ਨਿਰੰਕਾਰ ਸੱਚੇ ਪਾਤਸ਼ਾਹ ਦੇ ਗੁਣ ਗਾ ਗਾ ਕੇ ਆਪਣੇ ਆਪ ਨੂੰ ਆਨੰਦ ਦੇ ਵਿੱਚ ਰੱਖੋ। ਸਤਿਗੁਰ ਆਪਣਾ ਸਦ ਸਦਾ ਮਨਾਵੋ। ਤੁਸੀਂ ਆਪਣੇ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੀ ਪ੍ਰਾਪਤੀ ਵਾਸਤੇ, ਉਸ ਨਿਰੰਕਾਰ ਦੇ ਦਰਸ਼ਨਾਂ ਵਾਸਤੇ ਅਰਦਾਸਾਂ ਬੇਨਤੀਆਂ ਦਿਨ ਰਾਤ ਕੂਕੀ ਜਾਵੋ ਤੇ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਮਨਾ ਲਵੋ ਕਿ ਜਿਹੜੇ ਨਿਰੰਕਾਰ ਦੇ ਦਰਸ਼ਨ ਕਰਨੇ ਨੇ ਭਾਈ, ਵਾਹਿਗੁਰੂ ਗੁਰੂ ਦੇ ਦਰਸ਼ਨ ਕਰਨੇ ਨੇ, ਇਹ ਬਹੁਤ ਕਠਿਨ ਨੇ। ਇਸ ਸਰੀਰ ਨੂੰ ਇੱਕ ਅੰਮ੍ਰਿਤ ਬਣਾਉਣਾ ਪੈਂਦਾ। ਇਹਦੇ ਅੰਦਰ ਸਮਝ ਲਓ ਹਿੰਦੂ ਸਰੂਪ ਦੇ ਵਿੱਚ ਕਿ ਰੋਮ ਰੋਮ ਦੇ ਵਿੱਚ ਵੀ ਸਿਮਰਨ ਜਿਸ ਵੇਲੇ ਚੱਲ ਪੈਂਦਾ, ਉਸ ਵੇਲੇ ਵੀ ਜੇ ਗੁਰੂ ਕਿਰਪਾ ਕਰੇ ਤਾਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਕਰ ਸਕਦੇ ਹਾਂ। ਪਰ ਮਾ ਕਬੀਰ ਜੀ ਕਹਿੰਦੇ ਨੇ, ਕਬੀਰ ਕੇਸੋਂ ਕੇਸੋਂ ਕੂਕੀਐ ਨਾ ਸੋਈਐ ਆਸਾਰ, ਰਾਤ ਦਿਨ ਸਕੇ ਕੂਕਣੇ ਕਬਹੂ ਕੈ ਸੁਣੇ ਪੁਕਾਰ। ਭਾਈ ਸਾਡਾ ਕੰਮ ਹੈ
ਅਸੀਂ ਉਸ ਨੂੰ ਵਾਹਿਗੁਰੂ ਵਾਹਿਗੁਰੂ ਉਹਦੀ ਵਡਿਆਈ 'ਚ ਲੱਗੇ ਰਹਿਣਾ। ਜਦ ਉਸ ਨੂੰ ਪ੍ਰਵਾਨ ਹੋ ਜਾਂਦਾ ਤਾਂ ਵੀ ਸਤਿਗੁਰ ਜੀ ਦਰਸ਼ਨ ਦੇ ਦਿੰਦੇ ਨੇ। ਹੁਣ ਇੱਥੇ ਇਸ ਤਰ੍ਹਾਂ ਵੀ ਹੈ, ਕਈ ਭੇਖੀ ਬਣ ਕੇ ਵੀ ਉਹ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਵਾਹਿਗੁਰੂ ਵਾਹਿਗੁਰੂ ਦੇ ਰੂਪ ਦੇ ਵਿੱਚ ਕਹਿੰਦੇ ਜਾਂਦੇ ਨੇ, ਪਰ ਜਦੋਂ ਸਤਿਗੁਰ ਜੀ ਕਸਵੱਟੀ ਤੇ ਲਾਉਂਦੇ ਨੇ, ਕਿਸੇ ਇਮਤਿਹਾਨ ਦੇ ਵਿੱਚ ਪਾ ਜਾਂਦੇ ਨੇ। ਹੁਣ ਜਿਹੜਾ ਤਾਂ ਸ਼ੁੱਧ ਸੋਨਾ ਹੁੰਦਾ, ਕਈ ਵਾਰ ਲੋਕ ਕਹਿੰਦੇ ਨੇ ਨਾ, ਪਰ ਗੁਰਮੁਖ ਪਿਆਰੇ ਜਿਨ੍ਹਾਂ ਨੇ ਬੰਦਗੀਆਂ ਕੀਤੀਆਂ, ਸਤਿਗੁਰ ਦੇ ਐਨ ਕਰੀਬ ਹੋਏ, ਸਤਿਗੁਰ ਦਾ ਸਰੂਪ ਹੀ ਬਣ ਕੇ ਬੜੇ, ਉਹਨਾਂ ਨੇ ਦੁੱਖ ਪਾਏ। ਬਿਲਕੁਲ ਦੁੱਖ ਨਹੀਂ ਪਾਏ ਭਾਈ। ਥੋੜਾ ਜਿਹਾ ਆਪਾਂ ਇਸ ਬਾਰੇ ਸੋਚੋ। ਜਿਹੜਾ ਅਸਲੀ ਸੋਨਾ ਹੁੰਦਾ ਨਾ, ਉਹਨੂੰ ਖੁਸ਼ੀ ਚੜ੍ਹਦੀ ਹੈ ਜਿਸ ਲਈ ਅੱਗ ਦੇ ਵਿੱਚ ਉਹਨੂੰ ਸਿੱਟਿਆ ਜਾਂਦਾ, ਉਹਨੂੰ ਖੁਸ਼ੀ ਚੜ੍ਹਦੀ, ਕਿਉਂਕਿ ਉਹਦੀ ਚਮਕ ਹੋਰ ਨਿਕਲਦੀ ਉਹਦੇ ਵਿੱਚੋਂ। ਤੇ ਦੁਖੀ ਤਾਂ ਉਹ ਹੁੰਦਾ ਜਿਹੜਾ ਨਕਲੀ ਹੁੰਦਾ, ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਮੇਰਾ ਭੇਦ ਖੁੱਲ ਜਾਣਾ, ਹੁਣ ਪਤਾ ਲੱਗ ਜਾਣਾ ਕਿ ਮੇਰੇ ਵਿੱਚ ਕਿੰਨੀ ਖੋਟ ਹੈ। ਪਰ ਇਸੇ ਕਰਕੇ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਦੇ ਪਿਆਰੇ ਹੁੰਦੇ ਨੇ, ਵਿਰਲੇ ਨੇ ਸੰਸਾਰ ਤੇ, ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਪਰਖ ਦੇ ਵਿੱਚ ਪਾਉਂਦੇ ਨੇ, ਖੁਸ਼ ਹੁੰਦੇ ਨੇ, ਆਨੰਦ ਦੇ ਵਿੱਚ ਆਉਂਦੇ ਨੇ। ਹੁਣ ਦੇਖੋ, ਜਿਸ ਵੇਲੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਉਹਨਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ, ਉਹ ਤੋਂ ਪਹਿਲਾਂ ਵੀ ਕੁਰਬਾਨੀਆਂ ਹੋਈਆਂ ਨੇ, ਉਸ ਤੋਂ ਬਾਅਦ ਵੀ ਗੁਰਸਿੱਖਾਂ ਨੇ ਬੇਅੰਤ ਕੁਰਬਾਨੀਆਂ ਕੀਤੀਆਂ ਨੇ ਤੇ ਅੱਜ ਵੀ ਕਰ ਰਹੇ ਨੇ। ਇਸ ਕਾਰਨ ਕਰਕੇ ਜਿਹੜੇ ਸੱਚਮੁੱਚ ਹੀ ਸੋਨਾ ਰੂਪੀ ਹੁੰਦੇ ਨੇ, ਉਹਨਾਂ ਨੂੰ ਨਿਰੰਕਾਰ ਕਸਵੱਟੀ ਦੇ ਉੱਤੇ ਲਾ ਕੇ ਪਰਖ ਕੇ ਆਪਣੇ ਖਜ਼ਾਨੇ ਦੇ ਵਿੱਚ ਪਾ ਲੈਂਦੇ ਨੇ ਭਾਈ। ਜਿਹੜੇ ਖੋਟੇ ਨੇ ਉਹਨਾਂ ਨੂੰ ਖੋਟੇ ਸੁੱਟੇ ਬਾਹਰ ਉਹ ਸਿੱਟ ਦਿੰਦੇ ਨੇ ਵਾਹਿਗੁਰੂ ਜੀ। ਇਸ ਕਰਕੇ ਆਪਾਂ ਦਿਨ ਰਾਤ ਉਸ ਅਕਾਲ ਪੁਰਖ ਦੀ ਬੰਦਗੀ ਕਰੀਏ, ਔਰ ਜਦੋਂ ਕਿਤੇ ਸਾਡੇ ਉੱਤੇ ਭੀੜਾ ਬਣ ਵੀ ਜਾਵੇ, ਅਸੀਂ ਉਹ ਵਾਹਿਗੁਰੂ ਨਿਰੰਕਾਰ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸਤਿਗੁਰ ਇਸ ਸਮਾਂ ਵੀ ਤੁਹਾਡੀ ਰਜ਼ਾ, ਤੁਹਾਡੇ ਹੁਕਮ ਦੇ ਵਿੱਚ ਆਇਆ, ਆਪ ਹੀ ਬਾਂਹ ਫੜ ਕੇ ਸਾਨੂੰ ਇਹਦੇ ਵਿੱਚੋਂ ਪਾਰ ਉਤਾਰ ਕਰ ਸਕਦੇ ਹੋ ਸਤਿਗੁਰ ਜੀ। ਔਰ ਜੇ ਸੁੱਖ ਦੇ ਰਹੇ ਹੋ ਤਾਂ ਉਹ ਵੀ ਆਨੰਦ ਦੇ ਵਿੱਚ ਹੈ, ਦੁੱਖ ਦੇ ਰਹੇ ਹੋ ਉਹ ਵੀ ਆਨੰਦ ਦੇ ਵਿੱਚ ਹੋ। ਇਸ ਤਰ੍ਹਾਂ ਕਰਦਿਆਂ ਇੱਕ ਦਿਨ ਆ ਜਾਏਗਾ ਜਿੱਦਣ ਤੁਸੀਂ ਉਹ ਅਕਾਲ ਪੁਰਖ ਦੇ ਦਰਸ਼ਨ ਕਰਕੇ ਉਹਦੇ ਵਿੱਚ ਭਾਈ ਅਭੇਦ ਹੋ ਜਾਵੋਗੇ। ਰਹਾਉ ਸਤਿਗੁਰ ਕਾ ਸੱਚ ਸ਼ਬਦ ਕਮਾਵੋ, ਥਿਰ ਕਰ ਬੈਠੇ ਪ੍ਰਭ ਆਪਣਾ ਪਾਵੋ। ਕਹਿੰਦੇ ਸਤਿਗੁਰ ਕਾ ਸੱਚ ਸ਼ਬਦ ਕਮਾਵੋ। ਜਿਹੜਾ ਸੱਚਾ ਸ਼ਬਦ ਉਸ ਸਤਿਗੁਰ ਨੇ ਗੁਪਤ ਰੂਪੀ ਇਸ ਹਿਰਦੇ ਦੇ ਵਿੱਚ ਰੱਖਿਆ ਹੈ, ਉਸ ਨਿਰੰਕਾਰ ਦੇ ਮੋਹਰੇ ਅਰਦਾਸਾਂ ਕਰ ਕਰਕੇ ਉਹ ਸ਼ਬਦ ਨੂੰ ਭਾਈ ਕਮਾਵੋ, ਉਸ ਨੂੰ ਪ੍ਰਗਟ ਕਰੋ। ਫਿਰ ਉਹ ਅਨਹਦ ਸ਼ਬਦ ਹੈ ਜਿਹੜਾ ਉਹ ਸਦਾ ਹੀ ਆਪ ਜੀ ਨੂੰ ਆਨੰਦ ਦੇ ਵਿੱਚ ਰੱਖੇਗਾ, ਉਸ ਸ਼ਬਦ ਦੀ ਕਮਾਈ ਕਰੋ। ਗੁਰੂ ਜੀ ਕਹਿੰਦੇ ਨੇ, ਕਹਿੰਦੇ ਥਿਰ ਘਰ ਬੈਠੇ। ਥਿਰ ਦਾ ਮਤਲਬ ਜਿਹੜਾ ਅਸਲੀ ਘਰ ਹੈ ਆਪਣਾ, ਨਿੱਜ ਘਰ ਵੀ ਉਸ ਨੂੰ ਕਿਹਾ ਗਿਆ ਹੈ। ਕਹਿੰਦੇ ਥਿਰ ਘਰ ਬੈਠੇ ਪ੍ਰਭ ਆਪਣਾ ਪਾਵੋ। ਕਹਿੰਦੇ ਫਿਰ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤੁਸੀਂ ਆਪਣਾ ਸਹੀ ਸਥਾਨ ਗੁਰੂ ਨਿਰੰਕਾਰ ਦੇ ਕੋਲੋਂ, ਪ੍ਰਭੂ ਦੇ ਕੋਲੋਂ ਪਾਉਣਾ ਕਰੋਗੇ। ਪਰ ਕਾ ਬੁਰਾ ਨ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਪਾਈ ਮੀਤ। ਮੈਨੂੰ ਇਸ ਤਰ੍ਹਾਂ ਅਨੁਭਵ ਹੋ ਰਿਹਾ ਭਾਈ ਇੱਥੇ ਬੈਠੇ ਨੂੰ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਸਾਡੀ ਜਿਹੜਾ ਸਾਡਾ ਸਰੀਰ ਹੈ, ਸਾਡੀ ਮਨ ਦੀ ਜਿਹੜੀ ਘਾੜਤ ਹੈ ਉਹ ਕੱਢ ਰਹੇ ਨੇ ਕਿ ਦੇਖ ਤੈਨੂੰ ਮੈਂ ਇਸ ਤਰ੍ਹਾਂ ਦਾ ਘੜ ਕੇ ਇੱਕ ਐਸਾ ਹੀਰਾ ਤੇਰੇ ਵਿੱਚੋਂ ਤਰਾਸ਼ਣਾ ਚਾਹੁੰਦਾ ਹਾਂ, ਹੀਰਾ ਐਸਾ ਬਣਾਉਣਾ ਤੈਨੂੰ ਚਾਹੁੰਦਾ ਹਾਂ ਕਿ ਜਿਹੜਾ ਕਿ ਲੋਕ ਦੇ ਵਿੱਚ ਜਾ ਕੇ ਕੰਮ ਆਵੇ, ਤੇਰੇ ਸਹਾਇਕ ਬਣੇ ਨਾਮ ਜਿਹੜਾ ਹੈ। ਤੂੰ ਐਸਾ ਹੀਰਾ ਬਣ ਕੇ ਤੂੰ ਸੰਸਾਰ ਦੇ ਉੱਤੋਂ ਜਾਵੇਂਗਾ, ਤੇਰੀਆਂ ਇੱਥੇ ਵੀ ਵਡਿਆਈਆਂ ਹੋਣ ਤੇ ਨਿਰੰਕਾਰ ਦੇ ਦਰ ਦੇ ਉੱਤੇ ਵੀ ਤੂੰ ਪ੍ਰਵਾਨ ਹੋ ਜਾਵੇਂ। ਉਹ ਹੀਰੇ ਨੂੰ ਜਿਸ ਵੇਲੇ ਘੜਨਾ ਹੁੰਦਾ, ਜਾਂ ਜਿਸ ਵੇਲੇ ਕਿਸੇ ਨੂੰ ਬਹੁਤ ਉੱਚੀ ਸੁੱਚੀ ਸੋਝੀ ਦੇਣੀ ਹੁੰਦੀ ਜੀਵ ਨੂੰ, ਤੇ ਨਿਰੰਕਾਰ ਜੀ ਇਹ ਤਰ੍ਹਾਂ ਦੇ ਸ਼ਬਦ ਕਹਿੰਦੇ ਨੇ। ਤੇ ਕਹਿੰਦੇ ਨੇ ਦੇਖ ਜਿਸ ਮਾਰਗ ਦੇ ਉੱਤੇ ਤੈਨੂੰ ਮੈਂ ਤੋਰਨਾ ਚਾਹੁੰਦਾ ਹਾਂ, ਉਦੋਂ ਮਾਰਗ ਦੇ ਕੁਝ ਜਿਹੜੇ ਨਿਯਮ ਨੇ, ਕਾਨੂੰਨ ਨੇ, ਉਹਨਾਂ ਨੂੰ ਆਪ ਇਹ ਹਿਰਦੇ ਦੇ ਵਿੱਚ ਟਿਕਾ ਲਾ ਤੇ ਸਦਾ ਸੁਚੇਤ ਰਹਿ। ਕਦੀ ਸੌਂ ਨਾ ਜਾਈਂ, ਜਾਗਦਾ ਰਹੀ, ਸੁਚੇਤ ਰਹੀ। ਕਹਿੰਦੇ ਉਹਦੇ ਵਿੱਚੋਂ ਜਿਹੜੇ ਬਾਕੀ ਸਤਿਗੁਰਾਂ ਨੇ ਪਹਿਲਾਂ ਆਪਾਂ ਨੂੰ ਗੁਣ ਦੱਸੇ ਨੇ, ਉਸ ਤੋਂ ਬਾਅਦ ਨਿਰੰਕਾਰ ਜੀ ਕਹਿੰਦੇ ਨੇ ਕਿ ਪਰਾਏ ਦਾ, ਦੂਸਰੇ ਦਾ ਕਦੀ ਵੀ ਚਿੱਤ ਦੇ ਵਿੱਚ ਬੁਰਾ ਨਾ ਰੱਖੀ। ਅਸੀਂ ਤਾਂ ਬੇਅੰਤ ਵਾਰ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰ ਚੁੱਕੇ। ਨਾ ਈਰਖਾ ਸਾਡੇ ਅੰਦਰ ਹੋਣੀ ਚਾਹੀਦੀ, ਨਾ ਨਿੰਦਿਆ ਹੋਣੀ ਚਾਹੀਦੀ ਆ। ਅਸੀਂ ਤਾਂ ਆਪਣੇ ਆਪ ਨੂੰ ਇੰਨੇ ਨੀਵੇਂ ਕਰ ਲਈਏ। ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨੇ ਕਹੀਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ,
ਪ੍ਰਣਮਤ ਨਾਨਕ ਤਾਰੇ ਸੋਏ। ਸਤਿਗੁਰ ਜੀ ਅਸੀਂ ਸਾਰਿਆਂ ਤੋਂ ਮਾੜੇ ਹਾਂ, ਅਸੀਂ ਨਹੀਂ ਚੰਗੇ, ਪਰ ਬਾਕੀ ਸਾਰੇ ਸਾਡੇ ਨਾਲੋਂ ਉੱਚੇ ਤੇ ਸੁੱਚੇ ਨੇ। ਤਾਂ ਸਤਿਗੁਰ ਕਹਿੰਦੇ ਨੇ ਵੀ ਭਾਈ ਕਿਸੇ ਦਾ ਵੀ ਬੁਰਾ ਨਾ ਹਿਰਦੇ ਦੇ ਵਿੱਚ ਤੱਕੋ, ਨਾ ਉਸ ਨੂੰ ਟਿਕਾ ਕੇ ਰੱਖੋ ਹਿਰਦੇ ਦੇ ਵਿੱਚ ਵੀ ਫਲਾਣੇ ਦਾ ਬੁਰਾ ਹੋ ਜਾਵੇ। ਤੁਮ ਕੋ ਦੁੱਖ ਨਹੀਂ ਭਾਈ ਮੀਤ, ਕਹਿੰਦੇ ਮੇਰੇ ਮਿੱਤਰ ਤੈਨੂੰ ਕਿਸੇ ਤਰ੍ਹਾਂ ਦਾ ਅਕਾਲ ਪੁਰਖ ਵਾਹਿਗੁਰੂ ਜੀ ਦੁੱਖ ਨਹੀਂ ਲੱਗਣ ਦੇਣਗੇ। ਹਰ ਹਰ ਤੰਤ ਮੰਤ ਗੁਰ ਦੀਨਾ, ਇਹ ਸੁਖ ਨਾਨਕ ਅਨ ਦਿਨ ਚੀਨਾ। ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਨੇ ਨਾਮ ਦਾ ਹੀ ਤੰਤਰ ਦਿੱਤਾ, ਮੰਤਰ ਦਿੱਤਾ, ਜੰਤਰ ਦਿੱਤਾ। ਇਹ ਤਿੰਨ ਚੀਜ਼ਾਂ ਹੁੰਦੀਆਂ ਨੇ। ਆਮ ਖਾਸ ਕਰਕੇ ਜਿਹੜੇ ਜੋਗੀ ਲੋਕ ਹੁੰਦੇ ਨੇ, ਜਾਂ ਜਿਹੜੇ ਇਹ ਕਹਿੰਦੇ ਨੇ ਵੀ ਅਸੀਂ ਜੰਤਰ ਮੰਤਰ ਤੰਤਰ ਦੇ ਮਾਹਰ ਹਾਂ, ਉਹ ਇਹਨਾਂ ਚੀਜ਼ਾਂ ਨੂੰ ਦੱਸਦੇ ਵੀ ਰਿੱਧੀਆਂ ਸਿੱਧੀਆਂ ਨੂੰ ਕਮਾ ਕੇ ਜਿਸ ਵੇਲੇ ਹਾਸਲ ਕਰ ਲੈਂਦੇ ਨੇ, ਫਿਰ ਕਹਿ ਦਿੰਦੇ ਨੇ ਵੀ ਅਸੀਂ ਜਾਦੂਗਰ ਦੀ ਖੇਡ ਕਰਨੀ ਸ਼ੁਰੂ ਕਰ ਦਿੰਦੇ ਨੇ। ਪਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਕੋਲ ਨਾਮ ਦਾ ਖਜ਼ਾਨਾ ਹੈ, ਉਹਨਾਂ ਦੇ ਕੋਲ ਇਹ ਤਿੰਨੇ ਚੀਜ਼ਾਂ ਦਾਸੀਆਂ ਬਣ ਕੇ ਆ ਜਾਂਦੀਆਂ ਹਨ, ਜੰਤਰ ਵੀ, ਮੰਤਰ ਵੀ ਤੇ ਤੰਤਰ ਵੀ। ਇਸ ਦਾ ਖੁਲਾਸਾ ਗਾਂ ਜਾ ਕੇ ਗੁਰੂ ਜੀ ਕਰਨਗੇ, ਫਿਰ ਇਸ ਕੱਲੇ ਕੱਲੇ ਦੀ ਵਿਆਖਿਆ ਆਪ ਜੀ ਨਾਲ ਕਰਾਂਗੇ। ਇਹ ਸੁਖ ਨਾਨਕ ਅੰਦਰ ਚੀਨਾ, ਜਿਨ੍ਹਾਂ ਕੋ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਾਮ ਦਾ ਖਜ਼ਾਨਾ ਆ ਗਿਆ, ਨਿਰੰਕਾਰ ਉਸ ਨੂੰ ਨਾਮ ਦੀ ਕਿਰਪਾ ਦੇ ਨਾਲ ਦਿਨ ਰਾਤੇ ਸੁਖ ਸਰੂਪ ਜਾਣਿਆ ਜਾਂਦਾ ਹੈ। ਜੀਵ ਉਹ ਸੁਖ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਨਾਮ ਦੇ ਵਿੱਚੋਂ ਆਪਾਂ ਨੂੰ ਮਿਲ ਜਾਂਦਾ ਹੈ ਭਾਈ। ਸੋ ਇਸ ਕਾਰਨ ਕਰਕੇ ਗੁਰੂ ਨਿਰੰਕਾਰ ਜੀ ਇੱਥੇ ਇਹ ਵੀ ਜੇਤੂ ਰੂਪ ਚ ਦੇਖੀਏ, ਜਦੋਂ ਨਾਮ ਸਾਡੇ ਅੰਦਰ ਵਸ ਗਿਆ ਸਾਨੂੰ ਸਾਰੇ ਸੁਖ ਪ੍ਰਾਪਤ ਹੋ ਗਏ। ਕੋਈ ਆਣ ਕੇ ਜਿੰਨਾ ਮਰਜੀ ਜੰਤਰ ਮੰਤਰ ਤੰਤਰ ਵਾਲਾ ਕੋਈ ਜੋਗੀ ਕੋਈ ਨਾਥ ਆ ਜਾਵੇ, ਜੋ ਨਾ ਮਰਜੀ ਬਲ ਲਾ ਲਵੇ, ਸਾਡੇ ਉੱਤੇ ਟੂਣਾ ਟੱਪਣਾ ਨਹੀਂ ਕਰ ਸਕਦਾ। ਆਸਾ ਮਹਿਲਾ ਪੰਜਵਾਂ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਂਕੁੰਟ ਮਾਨੈ। ਵਾਹਿਗੁਰੂ ਜੀ ਕਹਿੰਦੇ ਨੇ ਜਿਸ ਨੀਚ ਨੂੰ ਕੋਈ ਨਹੀਂ ਜਾਣਦਾ। ਹੁਣ ਇੱਥੇ ਵਾਹਿਗੁਰੂ ਨਿਰੰਕਾਰ ਜੀ ਇੱਕ ਦਿਸ਼ਾ ਦੀ ਗੱਲ ਕਰਦੇ ਨੇ, ਕਹਿੰਦੇ ਨੇ ਜਿਸ ਨੀਚ ਨੂੰ ਕੋਈ ਨਹੀਂ ਜਾਣਦਾ, ਜਦੋਂ ਉਹ ਨਾਮ ਜਪਣ ਲੱਗ ਪੈਂਦਾ, 4 ਕੁੰਟਾਂ ਦੇ ਵਿੱਚ ਉਸ ਦੀ ਸ਼ੋਭਾ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਮਿਸਾਲ ਲੈ ਲਈਏ ਆਪਾਂ, ਮਿਸਾਲ ਲੈ ਲਓ ਬਾਬਾ ਰਵਿਦਾਸ ਜੀ ਦੀ। ਨੀਚ ਜਿਹੜਾ ਇੱਕ ਸ਼ਬਦ ਆਉਂਦਾ ਨਾ, ਤੁਸੀਂ ਬਹੁਤ ਵਾਰ ਸੁਣਿਆ ਹੈ, ਜਿਹੜਾ ਸੋਰਠ ਰਾਗ ਦੇ ਵਿੱਚ ਆਉਂਦਾ। ਨਿਰੰਕਾਰ ਕਹਿੰਦੇ ਨੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਇੱਥੇ ਪਹਿਲਾਂ ਨਾਮ ਦਿਓ ਦੀ ਗੱਲ ਕੀਤੀ, ਜਿਹੜਾ ਵੀ ਸਭ ਤੋਂ ਵੀ ਨੀਚੀ ਜਾਤ ਦੇ ਵਿੱਚ ਸੀ। ਕਹਿੰਦੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆਡ ਦਾਮ ਕੋ ਛਿਪਰੋ, ਛਿਪਰਾ ਸ਼ਿੰਬਾ ਹੋਇਓ ਲਖੀਨਾ। ਕਹਿੰਦੇ ਲੱਖਾਂ ਹੀ ਉਹਦੇ ਚਰਨਾਂ ਦੇ ਉੱਤੇ ਆਣ ਕੇ ਡਿੱਗਣ ਲੱਗ ਪਏ, ਇੰਨਾ ਚੜਾਵਾ ਜਾਣ ਲੱਗ ਪਿਆ ਸੀ ਇਹਨੂੰ। ਬੁਣਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ। ਰਵਿਦਾਸ ਢਵੰਤਾ ਢੋਰ ਨੀਤ, ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਣ ਨਾਈ ਬੁਤਕਾਰੀਆ, ਘਰ ਘਰ ਸੁਣਿਆ ਹਿਰਦੇ ਵਸਿਆ, ਪਾਰ ਬ੍ਰਹਮ ਭਗਤਾ ਮੈਂ ਗਿਣਿਆ। ਇਹ ਬਿਦ ਸੁਣ ਕੇ ਜਾਟਰੋ, ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਈਆਂ ਧੰਨਾ ਵਡ ਭਾਗਾ। ਇਹ ਜਿੰਨੇ ਵੀ ਜਾਤਾਂ ਸਨ, ਭਾਵੇਂ ਜੱਟ ਜਾਤ ਵੀ ਅੱਜ ਆਪਾਂ ਇਹਦੇ ਉੱਤੇ ਮਾਣ ਬਹੁਤ ਕਰਦੇ ਆ, ਪਰ ਬੜੀ ਨੀਵੀਂ ਜਾਤ ਹੈ। ਅਸੀਂ ਤਾਂ ਦੂਸਰਿਆਂ ਵੱਲ ਨੂੰ ਦੇਖ ਦੇਖ ਕੇ ਭਗਤੀ ਤੇ ਲੱਗੇ। ਇਹ ਬਿਦ ਸੁਣ ਕੇ ਜਾਟਰੋ, ਉਠ ਭਗਤੀ ਲਾਗਾ। ਸੋ ਇਹ ਸਾਰੀਆਂ ਨੀਵੀਆਂ ਜਾਤਾਂ ਇਸ ਕਰਕੇ ਕਿਹਾ ਜਾਂਦੇ ਸੀ, ਜਿਹੜੇ ਪੰਡਤ ਲੋਕ ਸੀ, ਬ੍ਰਾਹਮਣ ਸੀ, ਉਹ ਆਪਣੇ ਆਪ ਨੂੰ ਬਹੁਤ ਉੱਚ ਕੋਟੀ ਦੇ ਜਾਤੀ ਦੇ, ਉੱਚ ਜੋਤੀ ਜਾਤੀ ਦੇ ਜਾਣਿਆ ਕਰਦੇ ਸਨ। ਸੋ ਇੱਥੇ ਵਾਹਿਗੁਰੂ ਕਹਿੰਦੇ ਨੇ ਵੀ ਜਿਹੜੇ ਨੀਚ ਜਾਤ ਵਾਲੇ ਸਨ, ਉਹਨਾਂ ਨੂੰ ਜਿਹੜਾ ਨੂੰ ਕੋਈ ਵੀ ਮੰਦਰਾਂ ਦੇ ਵਿੱਚ ਨਹੀਂ ਵੜਨ ਦਿੰਦਾ, ਧੱਕੇ ਮਾਰ ਮਾਰ ਕੇ ਕੱਢ ਦਿੰਦਾ ਸੀ। ਪਰ ਉਹ ਬਾਹਰ ਬਹਿ ਕੇ ਵੀ ਭਾਵੇਂ ਨਾਮ ਜਪਦੇ ਰਹੇ। ਤੇ ਅੱਜ ਉਹ 4 ਕੁੰਟਾਂ ਦੇ ਵਿੱਚ, ਚੌਹਾਂ ਯੁੱਗਾਂ ਦੇ ਵਿੱਚ, ਚੌਹਾਂ ਪਾਸਿਆਂ ਦੇ ਵਿੱਚ, ਉੱਤਰ ਦੱਖਣ ਪੂਰਬ ਪੱਛਮ ਦੇ ਵਿੱਚ ਉਹਨਾਂ ਨੂੰ ਮਾਨਤਾ, ਉਹਨਾਂ ਦੀ ਹੋ ਰਹੀ, ਸੋਭਾ ਹੋ ਰਹੀ ਹੈ। ਦਰਸ਼ਨ ਮੰਗੂ ਦੇਹ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨ ਤਾਰੇ। ਵਾਹਿਗੁਰੂ ਜੀ ਜਿਸ ਵੇਲੇ ਆਪ ਜੇ ਦੇ ਆਪ ਨੀਚਿਆਂ ਨੂੰ ਉੱਚੇ ਕਰਦੇ ਹੋ, ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਤੇ ਜਿਸ ਵੇਲੇ ਤੁਸੀਂ ਇਹਨਾਂ ਨੂੰ ਨਿਰੰਕਾਰ ਜੀ ਇਹਨਾਂ ਦੇ 4 ਘੰਟਿਆਂ ਦੇ ਵਿੱਚ ਮਾਣ ਕਰਦੇ। ਹੁਣ ਮੇਰੀ ਵੀ ਅਰਦਾਸ ਸੁਣ ਲਵੋ, ਮੇਰੀ ਵੀ ਬੇਨਤੀ ਆਪ ਜੀ ਦੇ ਚਰਨਾਂ ਦੇ ਵਿੱਚ ਹੈ, ਉਹ ਹੈ ਕਿ ਦਰਸ਼ਨ ਮੰਗੋ ਦੇਹ ਪਿਆਰੇ। ਹੈ ਮੇਰੇ ਵਾਹਿਗੁਰੂ ਜੀ, ਅਸੀਂ ਤੇਰੇ ਦਰਸ਼ਨਾਂ ਦੇ ਭੁੱਖੇ ਹਾਂ, ਸਾਨੂੰ ਪਿਆਸ ਲੱਗੀ ਹੋਈ ਆਪ ਜੀ ਦੇ ਦਰਸ਼ਨਾਂ ਦੀ। ਸੋ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰੋ, ਸਾਨੂੰ ਦਰਸ਼ਨ ਦੇ ਦੇਵੋ। ਸਾਨੂੰ ਇਦੋਂ ਚੀਜ਼ ਦਾ ਗਿਆਨ ਹੈ
ਤੇਰੀ ਸੇਵਾ ਕਰ ਕਰਕੇ ਕੌਣ ਕੌਣ ਨਹੀਂ ਇਦੋਂ ਸੰਸਾਰ ਤੋਂ ਤਰ ਸਕਦਾ। ਸਾਨੂੰ ਉਸ ਸੇਵਾ ਦੇ ਵੀ ਲਾਇਕ ਬਣਾ ਲਵੋ ਵਾਹਿਗੁਰੂ ਜੀ। ਰਹਾਓ ਜਾ ਕੈ ਨਿਕਟ ਨ ਆਵੇ ਕੋਈ, ਸਗਲ ਸ੍ਰਿਸ਼ਟ ਉਆਂ ਕੇ ਚਰਨ ਮਲ ਧੋਈ। ਜੀ ਕਈਏ ਐਸੇ ਹੁੰਦੇ ਨੇ ਲੋਕ ਜਿਨ੍ਹਾਂ ਦੇ ਲਾਗੇ ਕੋਈ ਨਹੀਂ ਆਉਂਦਾ, ਕਹਿੰਦੇ ਨੇ ਵੀ ਜੇ ਇਹਦਾ ਪਰਛਾਵਾਂ ਪੈ ਗਿਆ ਤਾਂ ਸਾਡਾ ਤਾਂ ਚੌਂਕਾ ਚੁੱਲ੍ਹਾ ਪਿੱਟਿਆ ਜਾਣਾ। ਤੋ ਇਹ ਕਹਿੰਦੇ ਜਿਹੜਾ ਕੋਈ ਵੀ ਉਹਨਾਂ ਦੇ ਕੋਲ ਨਹੀਂ ਆਉਂਦਾ ਉਹ ਨਿਰੰਕਾਰ ਸੱਚੇ ਪਾਤਸ਼ਾਹ ਦਾ ਨਾਮ ਜਪਣਾ ਸ਼ੁਰੂ ਕਰ ਦਿੰਦਾ, ਸਤਿਗੁਰ ਦਾ ਜਨ ਬਣ ਜਾਂਦਾ। ਕਹਿੰਦੀ ਸਾਰੀ ਸ੍ਰਿਸ਼ਟੀ ਆਣ ਕੇ ਉਹਨਾਂ ਦੇ ਚਰਨ ਧੋਂਦੀ ਹੈ, ਉਹਨਾਂ ਦੇ ਚਰਨ ਧੋ ਕੇ ਸੇਵਾ ਕਰਦੀ ਹੈ। ਜੋ ਪ੍ਰਾਨੀ ਕਾਹੂ ਨ ਆਵਤ ਕਾਮ, ਸੰਤ ਪ੍ਰਸਾਦ ਤਾਂ ਕੋ ਜਪੀਐ ਨਾਮ। ਜਿਹੜਾ ਪ੍ਰਾਣੀ ਕਿਸੇ ਵੀ ਕੰਮ ਦਾ ਹੋਵੇ ਨਾ ਹੋਵੇ, ਲੋਕ ਉਹਨੂੰ ਨਕੰਮਾ 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 ਕਹਿਣ ਤੇ ਉਸ ਨੂੰ ਦੁਰਕਾਰੀ ਜਾਣ, ਧੱਕੇ ਮਾਰ ਮਾਰ ਕੇ ਪਰੇ ਕਰੇ ਜਾਣ, ਕਿਤੇ ਉਹ ਵੀ ਸਤਿਗੁਰ ਦਾ ਨਿਰੰਕਾਰ ਦੀ ਬੰਦਗੀ ਕਰਨ ਲੱਗੇ, ਸਤਿਗੁਰ ਦਾ ਜਨ ਬਣ ਜਾਵੇ, ਸਤਿਗੁਰ ਦਾ ਪਿਆਰਾ ਬਣ ਜਾਵੇ ਔਰ ਉਹ ਸਾਧੂ ਸੰਤਾਂ ਦੀ ਸੰਗਤ ਦੇ ਵਿੱਚ ਜਾ ਕੇ ਸੇਵਾਦਾਰ ਬਣ ਜਾਵੇ, ਨਿਰੰਕਾਰ ਦਾ ਨਾਮ ਜਪਣ ਲੱਗ ਪਵੇ, ਉਹ ਵੀ ਇਦੂ ਸੰਸਾਰ ਤੋਂ ਨਾਮ ਜਪ ਜਪ ਕੇ ਤਰ ਜਾਂਦਾ ਹੈ। ਸਾਧ ਸੰਗ ਮਨ ਸੋਵਤ ਜਾਗੇ, ਤਬ ਪ੍ਰਭ ਨਾਨਕ ਮੀਠੇ ਲਾਗੇ। ਸਤ ਸੰਗਤ ਦੇ ਵਿੱਚ ਬੈਠ ਕੇ, ਭਾਵੇਂ ਕਿਸੇ ਰੂਪੀ ਸਤ ਸੰਗਤ ਹੋਵੇ, ਗੁਰਦੁਆਰਾ ਸਾਹਿਬ ਦੀ ਹੋਵੇ ਜਾਂ ਕਿਸੇ ਹੋਰ ਸਥਾਨ ਦੇ ਉੱਤੇ ਜਿੱਥੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਮੇਲੇ ਲੱਗਦੇ ਨੇ, ਖਾੜੇ ਲੱਗਦੇ ਨੇ, ਉੱਥੇ ਕੀਰਤਨ ਦਰਬਾਰ ਲੱਗਦੇ ਨੇ, ਕਹਿੰਦੇ ਕਿਸੇ ਵੀ ਸਾਧ ਸੰਗਤ ਦੇ ਵਿੱਚ ਜਾ ਕੇ ਜਦੋਂ ਆਪਣੇ ਮਨ ਨੂੰ ਸਮਝਾ ਕੇ ਜਾਓ, ਭਾਈ ਇਹ ਸੁੱਤੇ ਹੋਏ ਮਨ ਨੂੰ ਲੈ ਕੇ ਨਹੀਂ ਜਾਣਾ ਆਪਾਂ। ਜੇ ਉਸ ਤੇ ਜਾ ਕੇ ਸੁਚੇਤ ਮਨ ਨੂੰ ਲੈ ਕੇ ਜਾਵਾਂਗਾ, ਮਨ ਜਾਗ ਜਾਏਗਾ। ਹੋਰ ਇਸ ਨੂੰ ਜਾਗਣ ਦਾ ਮਤਲਬ ਇਹਨੂੰ ਪ੍ਰੇਮ ਦਾ ਰੰਗ ਚੜ੍ਹਨਾ ਸ਼ੁਰੂ ਹੋ ਜਾਏਗਾ। ਤਬ ਪ੍ਰਭ ਨਾਨਕ ਮੀਠੇ ਲਾਗੇ, ਤਦ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਜਿਹੜੇ ਗੁਣ ਅਸੀਂ ਸਟੇਜਾਂ ਤੋਂ ਸੁਣਦੇ ਹਾਂ ਜਾਂ ਅਸੀਂ ਇਹਨਾਂ ਅਖਾੜਿਆਂ ਦੇ ਵਿੱਚੋਂ ਸੁਣਦੇ ਹਾਂ, ਉਹ ਸਾਨੂੰ ਬਹੁਤ ਪਿਆਰੇ ਲੱਗਣੇ ਸ਼ੁਰੂ ਹੋ ਜਾਂਦੇ ਹਨ। ਆਸਾ ਮਹਿਲਾ ਪੰਜਵਾਂ, ਏਕੋ ਏਕੀ ਨੈਣ ਨਿਹਾਰੋ, ਸਦਾ ਸਦਾ ਹਰ ਨਾਮ ਸਮਾਰੋ। ਗੁਰਮੁਖੋ ਜੀਵਨ ਨੂੰ ਉੱਚਾ ਚੱਕੋ। ਗੁਰੂ ਜੀ ਦੱਸਦੇ ਨੇ, ਕਹਿੰਦਾ ਏਕੋ ਏਕੀ ਨੈਣ ਨਿਹਾਰੋ। ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਆਪਾਂ ਨੂੰ ਇਸ ਜੀਵਨ ਨੂੰ ਮੁਕਤੀ ਦੇ ਦਰ ਦੇ ਉੱਤੇ ਤੋਰਨ ਵਾਸਤੇ ਨਿਰੰਕਾਰ ਜੀ ਅਗਿਆਨ ਜਿਹੜਾ ਦੇ ਰਹੇ ਨੇ, ਅੱਜ ਜਿਹੜਾ ਪਹਿਲਾਂ ਆਪਾਂ ਨੂੰ ਨਿਰੰਕਾਰ ਸੱਚੇ ਪਾਤਸ਼ਾਹ ਨੇ ਗਿਆਨ ਦਿੱਤਾ ਸ਼ਬਦਾਂ ਦੇ ਵਿੱਚ, ਹੁਣ ਅਗਾਂਹ ਸਤਿਗੁਰ ਜੀ ਇੱਕ ਹੋਰ ਡੰਡੇ ਦੇ ਉੱਤੇ ਚਾੜ ਦਿੰਦੇ ਨੇ ਪੌੜੀ ਦੀ ਤੇ ਕਹਿੰਦੇ ਭਾਈ ਹੁਣ ਜਿੱਦਾਂ ਜਿੱਦਾਂ ਤੇਰੀ ਅਵਸਥਾ ਉੱਚੀ ਹੁੰਦੀ ਜਾਂਦੀ ਹੈ, ਉਨੀ ਤੇਰੇ ਅੰਦਰ ਨਿਮਰਤਾ ਵੀ ਆਣੀ ਸ਼ੁਰੂ ਹੋ ਜਾਣੀ ਚਾਹੀਦੀ ਆ। ਉਹ ਨਿਮਰਤਾ ਲਿਆਉਣ ਵਾਸਤੇ ਕਹਿੰਦੇ ਜਦੋਂ ਤੂੰ ਹਉਮੈ ਦਾ ਤਿਆਗ ਕਰ ਦੇਗਾ ਤੇ ਇੱਕ ਗੱਲ ਨੂੰ ਹੋਰ ਇਹਨਾਂ ਨੂੰ ਅੱਖਾਂ ਨੂੰ ਸਮਝਾ ਲਵੀਂ, ਇਹਨਾਂ ਨੂੰ ਅੱਖਾਂ ਨੂੰ ਸਮਝਾਈ ਔਰ ਅੱਖਾਂ ਨੂੰ ਇਸ ਰੂਪ ਦੇ ਨਾਲ ਬਣਾ ਲਈ। ਕਹਿੰਦੇ ਵੀ ਜਿੱਧਰ ਵੀ ਦੇਖੇ ਤੈਨੂੰ ਏਕੋ ਏਕੀ ਨੈਣ ਨਿਹਾਰੋ। ਕਹਿੰਦੇ ਜਿੱਧਰ ਵੀ ਦੇਖੇ ਉਧਰ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕੁਦਰਤ ਦੇ ਵਿੱਚੋਂ ਉਹਦੀ ਸ਼ਕਤੀ ਤੇ ਉਹਦਾ ਹੀ ਰੂਪ ਤੈਨੂੰ ਦਿਸੇ। ਸਦਾ ਸਦਾ ਹਰ ਨਾਮ ਸਮਾਰੋ। ਔਰ ਇਦੋਂ ਰੂਪ ਦੇ ਨਾਲ ਜਦੋਂ ਤੂੰ ਕੀੜੀ ਨੂੰ ਦੇਖੇ, ਉਸ ਵੇਲੇ ਤੇਰੇ ਅੰਦਰੋਂ ਨਿਕਲੇ ਵਾਹਿਗੁਰੂ ਵਾ ਤੇਰੀ ਰਹਿਮਤ ਹੈ, ਇਸ ਦੇ ਅੰਦਰ ਵੀ ਤੂੰ ਹੀ ਬੈਠਾ ਹੈ। ਹਾਥੀ ਨੂੰ ਦੇਖੇ ਵਾਹਿਗੁਰੂ ਇਹ ਵੀ ਤੇਰੀ ਰਹਿਮਤ ਹੈ, ਇਹਦੇ ਵਿੱਚ ਵੀ ਤੂੰ ਹੀ ਬੈਠਾ ਹੈ। ਇਸ ਤਰ੍ਹਾਂ ਉਹ ਅਕਾਲ ਪੁਰਖ ਨਿਰੰਕਾਰ ਸਦਾ ਹੀ ਯਾਦ ਰਹਿਣੇ ਚਾਹੀਦੇ ਹਨ। ਰਾਮਾ ਰਾਮ ਰਾਮਾ ਰਾਮਾ ਗੁਣ ਗਾਵੋ, ਸੰਤ ਪ੍ਰਸਾਦ ਸਾਧ ਕੈ ਸੰਗੇ, ਹਰ ਹਰ ਨਾਮ ਤੇ ਆਵੂ ਰੇ। ਇਹ ਭਾਈ ਜਨੋ ਉਸ ਸਭ ਦੇ ਵਿੱਚ ਹੋਏ ਰਾਮ ਰਮੇ ਹੋਏ ਰਾਮ ਦਾ, ਉਸ ਨਿਰੰਕਾਰ ਵਾਹਿਗੁਰੂ ਦਾ ਹਰ ਵੇਲੇ ਪ੍ਰਮਾਤਮਾ ਦੇ ਗੁਣ ਗਾਓ, ਉਹਦੇ ਉਸ ਨਿਰੰਕਾਰ ਨੂੰ ਦੀਆਂ ਵਡਿਆਈਆਂ ਕਰੋ। ਸੰਤ ਪ੍ਰਤਾਪ, ਸੰਤਾਂ ਦਾ ਤੁਹਾਨੂੰ ਜਿਹੜਾ ਹੈ ਅਖਾੜਾ ਮਿਲ ਜਾਏਗਾ, ਸੰਤਾਂ ਦੀ ਸੰਗਤ ਮਿਲ ਜਾਏਗੀ। ਸਾਧ ਕੇ ਸੰਗੇ, ਚਾਹੇ ਸੰਤ ਸੰਗਤ ਦੇ ਵਿੱਚ ਚਾਹੇ ਸਾਧੂਆਂ ਦੀ ਸੰਗਤ ਦੇ ਵਿੱਚ, ਉੱਥੇ ਜਾ ਕੇ ਜਨ ਬਣ ਕੇ ਟਿਕਾ ਦੇ ਵਿੱਚ ਬੈਠ ਕੇ ਸੁਰਤੀ ਨੂੰ ਕਾਬੂ ਕਰਕੇ, ਮਨ ਨੂੰ ਕਾਬੂ ਨੂੰ ਕਰਕੇ ਹਰ ਹਰ ਨਾਮ ਧਿਆਵੋ ਰੇ। ਉਹ ਹਰੀ ਪ੍ਰਮਾਤਮਾ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦਾ ਭਾਈ ਨਾਮ ਧਿਆਉਣਾ ਕਰੋ। ਰਹਾਓ ਸਗਲ ਸਮਗਰੀ ਜਾ ਕੈ ਸੂਤ ਪਰੋਈ, ਕਟ ਕਟ ਅੰਤਰ ਰਵਿਆ ਸੋਈ। ਇਹ ਸਾਰੇ ਸੰਸਾਰ ਦੇ ਉੱਤੇ ਜੋ ਉਸਨੇ 84 ਲੱਖ ਜੂਨ ਬਣਾਈ ਹੋਈ ਹੈ, ਕਹਿੰਦੇ ਜਿੰਨੀ ਵੀ ਸਮਗਰੀ ਹੈ ਨਿਰੰਕਾਰ ਨੇ ਆਪਣੇ ਹੁਕਮ ਰੂਪੀ ਧਾਗੇ ਦੇ ਵਿੱਚ ਉਸ ਨੂੰ ਪਰੋ ਕੇ ਰੱਖਿਆ ਹੋਇਆ ਹੈ।
ਹੁਕਮ ਰੂਪੀ ਧਾਗੇ ਦੇ ਵਿੱਚ, ਤੇ ਘਟ ਘਟ ਅੰਤਰ ਰਵਿਆ ਸੋਈ। ਹਰ ਘਟ ਦੇ ਵਿੱਚ, ਹਰ ਵਸਤੂ ਦੇ ਵਿੱਚ ਨਿਰੰਕਾਰ ਸੱਚੇ ਪਾਤਸ਼ਾਹ ਜੀ ਜੋਤ ਸਰੂਪੀ ਬਣ ਕੇ ਬੈਠੇ ਹਨ। ਅਗੰਮੀ ਸ਼ਕਤੀ ਜੋਤ ਸਰੂਪੀ ਕਹਿ ਦੇਈਦਾ ਕਾਰਨ, ਕਿਉਂਕਿ ਮਾਲਕ ਨੇ ਪਹਿਲਾਂ ਆਪਾਂ ਨੂੰ ਗਿਆਨ ਦੇ ਦਿੱਤਾ ਮਨ ਤੂੰ ਜੋਤ ਸਰੂਪ ਹੈ। ਪਰ ਜਦੋਂ ਅਨੁਭਵ ਕਰਦੇ ਆ, ਜਿਸ ਜਿੱਦਾਂ ਬੰਦਗੀ ਦੇ ਵਿੱਚ ਬੈਠੋਗੇ ਭਾਈ, ਇਹ ਆਪ ਜੀ ਨੂੰ ਇੱਕ ਅਗੰਮੀ ਤਾਕਤ ਦਿਸੇਗੀ, ਇੱਕ ਅਗੰਮੀ ਤਾਕਤ ਦਾ ਗਿਆਨ ਹੋਣਾ ਸ਼ੁਰੂ ਹੋ ਜਾਏਗਾ। ਉਹ ਅਗੰਮੀ ਤਾਕਤ ਜਿਹੜੀ ਇਹਨੂੰ ਅਸੀਂ ਜਿਹੜੇ ਮਰਜ਼ੀ ਨਾਮ ਦੇ ਨਾਲ ਯਾਦ ਕਰ ਲਈਏ, ਉਹੀ ਇੱਕ ਤਾਕਤ ਹੈ, ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ, ਜਿਹਦੇ ਨਾਲ ਅਸੀਂ ਸੰਸਾਰ ਦੇ ਉੱਤੇ ਤੁਰ ਫਿਰ ਸਕਦੇ ਹਾਂ। ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਇਸ ਰੂਪ ਦੇ ਨਾਲ ਹਰ ਇੱਕ ਦੇ ਅੰਦਰ ਬਸੇ ਹੋਏ ਨੇ, ਬੈਠੇ ਹੋਏ ਨੇ। ਉਹ ਪਤ ਪਰਲੋਂ ਖਿਨ ਮੈਂ ਕਰਤਾ, ਆਪ ਅਲੇਪਾ ਨਿਰਗੁਣ ਰਹਿਤਾ। ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਓਪਤ ਕਹਿੰਦੇ ਉਤਪਤੀ, ਜੜ ਕੇ ਬਣਾਉਣਾ। ਇਹ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪ ਹੀ ਇਸ ਸੰਸਾਰ ਨੂੰ, ਸਾਰੇ ਜਗਤ ਨੂੰ ਬਣਾਉਂਦੇ ਹਨ, ਤੇ ਪਰਲੋ ਕਹਿੰਦੇ ਨੇ ਨਾਸ਼ ਕਰਨ ਨੂੰ। ਕਹਿੰਦੇ ਹੁੰਦੇ ਨਾ ਵੀ ਬੜੀ ਵੱਡੀ ਪਰਲੋ ਆਈ ਭਾਈ, ਕਈ ਦਰਖਤ ਪੁੱਟੇ ਗਏ, ਕਈ ਜੀਵ ਮਰ ਗਏ। ਇਹ ਪਰਲੋ ਜਿਹੜੀ ਹੁੰਦੀ ਆ, ਇਸ ਨੂੰ ਮੌਤ ਦਾ ਇੱਕ ਨਾਮ ਵੱਖਰਾ ਰੱਖਿਆ ਮਹਾਰਾਜ ਸੱਚੇ ਪਾਤਸ਼ਾਹ ਨੇ। ਕਹਿੰਦੇ ਆਪੇ ਉਹ ਇਸ ਸੰਸਾਰ ਨੂੰ ਬਣਾਉਣ ਵਾਲੇ ਨੇ, ਉਹੀ ਸਾਰੇ ਜਗਤ ਦਾ ਨਾਸ਼ ਕਰਨ ਵਾਲੇ ਵੀ ਉਹ ਵਾਹਿਗੁਰੂ ਨੇ। ਤੇ ਦੇਖੋ ਖਿਨ ਮੈਂ ਕਰਤਾ, ਉਹ ਇਹ ਦੋਨੋਂ ਕਾਰਜ ਜਿਹੜੇ ਨੇ ਅੱਖ ਚਮਕਣ ਦੇ ਸਮੇਂ ਦੇ ਵਿੱਚ ਹੀ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਰ ਸਕਦੇ ਹਨ। ਆਪ ਅਲੇਪਾ ਨਿਰਗੁਣ ਰਹਿਤਾ। ਅਲੇਪਾ ਹੁੰਦਾ ਨਿਰਲੇਪ, ਜਿਹਨੂੰ ਮੋਹ ਮਾਇਆ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਨਹੀਂ ਚੁੰਮੜੀ। ਮੋਹ ਮਾਇਆ ਵੀ ਉਹਦੀਆਂ ਦਾਸੀਆਂ ਹੀ ਬਣ ਕੇ ਤੁਰੀਆਂ ਫਿਰਦੇ ਨੇ। ਨਿਰਲੇਪ ਵੱਖਰੇ ਨੇ ਸਾਰਿਆਂ ਤੋਂ। ਨਿਰਗੁਣ ਜਿਹੜੀ ਮਾਇਆ ਤਿੰਨਾਂ ਗੁਣਾਂ ਦੇ ਵਿੱਚ ਹੈ, ਉਹਨਾਂ ਤੋਂ ਵੀ ਰਜੋ ਗੁਣ, ਤਮੋ ਗੁਣ, ਸਤੋ ਗੁਣ, ਉਹਨਾਂ ਤੋਂ ਵੀ ਨਿਰੰਕਾਰ ਸਦਾ ਨਿਰਲੇਪ ਰਹਿੰਦੇ ਹਨ। ਕਰਨ ਕਰਾਵਨ ਅੰਤਰ ਜਾਮੀ, ਆਨੰਦ ਕਰੇ ਨਾਨਕ ਕਾ ਸੁਆਮੀ। ਉਹ ਸਭ ਕੁਝ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਕਰਨ ਦੇ ਯੋਗ ਹਨ, ਕਰ ਰਹੇ ਹਨ, ਕਰਦੇ ਰਹਿਣਗੇ, ਤੇ ਪਹਿਲਾਂ ਵੀ ਕਰਦੇ ਸਨ। ਉਸ ਦਾ ਹੀ ਸਾਰਾ ਵਰਤਾਰਾ ਸੰਸਾਰ ਦੇ ਉੱਤੇ ਭਾਈ ਵਰਤ ਰਿਹਾ ਹੈ। ਉਹਦਾ ਹੀ ਹੁਕਮ ਹਰ ਜਗ੍ਹਾ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦਾ ਹੁਕਮ ਵਰਤ ਰਿਹਾ ਹੈ। ਤੇ ਇਸ ਕਰਕੇ ਆਨੰਦ ਕਰੇ ਨਾਨਕ ਕਾ ਸੁਆਮੀ। ਉਹ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਨਿਰੰਕਾਰ ਸੱਚੇ ਪਾਤਸ਼ਾਹ ਦਾ ਦਾਸ ਬਣ ਗਿਆ, ਉਹਦਾ ਪਰਮੇਸ਼ਰ ਵਾਹਿਗੁਰੂ ਸਦਾ ਹੀ ਆਨੰਦ ਦੇ ਵਿੱਚ ਰਹਿੰਦਾ ਹੈ। ਆਸਾ ਮਹਲਾ ਪੰਜਵਾਂ, ਕੋਟ ਜਨਮ ਕੇ ਰਹੇ ਪਵਾਰੇ, ਦੁਲਭ ਦੇ ਜੀਤੀ ਨਹੀਂ ਹਾਰੇ। ਨਿਰੰਕਾਰ ਸੱਚੇ ਪਾਤਸ਼ਾਹ ਜੀ ਉਹ ਕਹਿੰਦੇ ਨੇ ਇੱਥੇ ਭਈ ਤੁਸੀਂ ਇਹ ਵੀ ਖਿਆਲ ਕਰਿਓ, ਸੁਚੇਤ ਸਾਡੀ ਮੱਤ ਨੂੰ ਬਹੁਤ ਉੱਚਾ ਲੈ ਕੇ ਜਾ ਰਹੇ ਨੇ ਗੁਰੂ ਜੀ। ਕਹਿੰਦੇ ਨੇ ਕੋਟ ਜਨਮ ਕੇ ਰਹੇ ਬਵਾਰੇ, ਕਹਿੰਦੇ ਕਰੋੜਾਂ ਹੀ ਜਨਮ ਤੁਸੀਂ ਇਦੂ ਸੰਸਾਰ ਦੇ ਉੱਤੇ ਆ ਕੇ ਕਹਿੰਦੇ ਆ ਕੇ ਜਾ ਚੁੱਕੇ ਹੋ ਇੱਥੇ। ਦੁਲਭ ਦੇ ਜੀਤੀ ਨਹੀਂ ਹਾਰੇ। ਦੇਖੋ ਹੁਣ ਤੁਹਾਨੂੰ ਨਿਰੰਕਾਰ ਨੇ ਬਹੁਤ ਕਿਰਪਾ ਕਰ ਦਿੱਤੀ, ਤੁਹਾਨੂੰ ਇਹ ਦੁਲਭ ਦੇਹ ਦੇ ਦਿੱਤੀ। ਕਰੋੜਾਂ ਜਨਮਾਂ ਤੋਂ ਬਾਅਦ ਇਹ ਦੇਹ ਸਾਨੂੰ ਨਸੀਬ ਹੋਈ ਹੈ। ਤੇ ਨਿਰੰਕਾਰ ਕਹਿੰਦੇ ਇਹ ਦੇਹ ਦੇ ਵਿੱਚ ਤੂੰ ਸਿਮਰਨ ਕਰ ਕਰਕੇ ਇਸ ਦੇਹ ਨੂੰ ਜਿੱਤਰਾ। ਕਹਿੰਦੇ ਮੌਤ ਨੂੰ ਜਿੱਤਰਾ ਕਿ ਮੁੜ ਮੁੜ ਕੇ ਤੈਨੂੰ ਨਾ ਆਵੇ। ਔਰ ਜਿਹੜਾ ਜਨਮ ਹੈ ਮਾਤਾ ਦੇ ਗਰਭ ਦੇ ਵਿੱਚ ਆਉਣਾ, ਉਸ ਨੂੰ ਜਿੱਤਰਾ, ਤੈਨੂੰ ਮੋੜ ਮੁੜ ਕੇ ਮਾਤਾ ਦੇ ਗਰਭ ਦੇ ਵਿੱਚ ਨਾ ਆਉਣਾ ਪਵੇ। ਇਸ ਕਰਕੇ ਤੂੰ ਇਸ ਸੰਸਾਰ ਦੇ ਉੱਤੇ ਜਿਹੜਾ ਜੂਆ ਰੂਪੀ ਸੰਸਾਰ ਹੈ, ਕਦੀ ਮੁੜ ਕੇ ਹਾਰੇਗਾ ਨਹੀਂ, ਕਿਉਂਕਿ ਤੇਰਾ ਆਉਣਾ ਜਾਣਾ ਖਤਮ ਹੋ ਜਾਵੇਗਾ। ਤੂੰ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦੇ ਕਿਰਪਾ ਦੇ ਨਾਲ ਇਹ ਦੁਲਭ ਦੇਹ ਦੇ ਵਿੱਚ ਮੁਕਤੀ ਦਾ ਦਰ, ਮੋਕਸ਼ ਦਾ ਦਰ ਪ੍ਰਾਪਤ ਕਰਕੇ ਨਿਰੰਕਾਰ ਦੇ ਵਿੱਚ ਅਭੇਦ ਹੋ ਜਾਵੇਗਾ। ਕਿਲ ਬਿਖ ਬਿਨਾਸੇ ਦੁਖ ਦਰਦ ਦੂਰ, ਪਏ ਪੁਨੀਤ ਸੰਤਨ ਕੀ ਧੂਰ। ਜਿਹੜੇ ਜੀਵ ਸੰਤ ਮਹਾਪੁਰਸ਼ ਮਹਾਤਮਾ ਜਨ ਭਗਤ ਜਨ ਸਤਿਗੁਰ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਜਾ ਕੇ ਉਹਨਾਂ ਦੀ ਧੂੜ ਨੂੰ ਚੱਕ ਕੇ ਮੱਥੇ ਨੂੰ ਲਾਉਂਦੇ ਨੇ। ਹੁਣ ਧੂੜ ਦਾ ਮਤਲਬ ਉਹਨਾਂ ਦੀ ਸੇਵਾ ਕਰਦੇ ਨੇ ਜਨ ਬਣ ਕੇ, ਨਿਰਸ਼ੰਕਾ ਨਿਰਸੰਗ ਹੋ ਕੇ ਉਹ ਸੇਵਾ ਕਰਦੇ ਨੇ। ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਉਹ ਜੀਵ ਬਣ ਜਾਂਦੇ ਨੇ ਨਾ, ਜਨ ਬਣ ਜਾਂਦੇ ਨੇ, ਫਿਰ ਉਹ ਕਿਲਵਿਕ ਬਿਨਾਸੇ ਦੁੱਖ ਦਰਦ ਦੂਰ। ਉਹਨਾਂ ਦੇ ਜਿਹੜੇ ਕਿਲਵਖ ਨੇ, ਜਨਮ ਜਨਮੰਤਰਾਂ ਦੇ ਪਾਪ ਨੇ, ਸਾਰੇ ਨਾਸ਼ ਹੋ ਜਾਂਦੇ ਨੇ। ਤੇ ਨਾਲ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸੰਸਾਰ ਦੇ ਉੱਤੇ ਰਹਿੰਦੇ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਪਿਆਰੇ ਨੂੰ ਹੱਥ ਦੇ ਕੇ ਰੱਖਦੇ ਨੇ, ਆਪਣੇ ਜਨ ਨੂੰ ਹੱਥ ਦੇ ਕੇ ਰੱਖਦੇ ਨੇ। ਕਿਸੇ ਤਰ੍ਹਾਂ ਦਾ ਦੁੱਖ ਦਲਿੱਦਰ ਵੀ ਉਹਦੇ ਲਾਗੇ ਨਹੀਂ ਆਉਣ ਦਿੰਦੇ। ਮਾਇਆ ਦੇ ਬੰਧਨ, ਮਾਇਆ ਤੋਂ
ਬੰਧਨ ਵੀ ਉਸ ਨੂੰ ਆਣ ਕੇ ਨਹੀਂ ਕਿਸੇ ਤਰ੍ਹਾਂ ਜਕੜ ਸਕਦੇ। ਰਹਾਉ ਪ੍ਰਭ ਕੇ ਸੰਤ ਉਧਾਰਨ ਜੋਗ, ਤਿਸ ਭੇਟੇ ਜਿਸ ਤੁਰ ਸੰਜੋਗ। ਜਿਹੜੇ ਸਹੀ ਰੂਪੀ ਸੰਤ ਮਹਾਤਮਾ ਜਾਣੇ ਨਿਰੰਕਾਰ ਜੀ ਦੇ, ਉਹ ਇਸ ਸੰਸਾਰ ਨੂੰ ਤਾਰਨੇ ਦੇ ਯੋਗ ਨੇ। ਉਹਨਾਂ ਨੂੰ ਨਿਰੰਕਾਰ ਸੱਚੇ ਪਾਤਸ਼ਾਹ ਨੇ ਇਹ ਵਡਿਆਈਆਂ ਤੇ ਬਖਸ਼ਿਸ਼ਾਂ ਦਿੱਤੀਆਂ ਹੋਈਆਂ ਨੇ। ਤਿਸ ਭੇਟੇ ਜਿਸ ਤੁਰ ਸੰਜੋਗ, ਪਰ ਇਸ ਤਰ੍ਹਾਂ ਦੇ ਸਾਧੂ ਸੰਤਾਂ ਦੀ ਸੰਗਤ ਜਿੱਤੋਂ ਲਿਖੇ ਹੋਏ ਸੰਜੋਗ ਨੇ। ਤੇ ਸਾਡੇ ਇੱਥੇ ਉੱਚੇ ਕਰਮ ਬਣਦੇ ਨੇ, ਉੱਚੇ ਕੰਮ ਤੋਂ ਕਰਮ ਬਣਦੇ ਨੇ ਨਾ। ਕੰਮ ਜਿਹੜੇ ਨੇ ਉਹ ਕਰਮ ਬਣਦੇ ਨੇ ਸਾਡੇ, ਉਹ ਉੱਚੇ ਤਾਂ ਬਣਦੇ ਨੇ ਜਦੋਂ ਅਸੀਂ ਨਿਰੰਕਾਰ ਦੇ ਦੱਸੇ ਹੋਏ ਮਾਰਗ ਦੇ ਤੇ ਚੱਲਦੇ ਹੋਏ ਉਹ ਕੰਮ ਕਰੀਏ ਜਿਹੜੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਸਾਨੂੰ ਆਗਿਆ, ਜਿਨ੍ਹਾਂ ਦੀ ਆਗਿਆ ਦਿੰਦੇ ਨੇ। ਤੇ ਕਹਿੰਦੇ ਵੀ ਉਹ ਫਿਰ ਤੁਹਾਡੇ ਜਿਹੜੇ ਨੇ ਕਰਮ ਉਹ ਪ੍ਰਵਾਨ ਹੋ ਜਾਂਦੇ ਨੇ। ਉਹਨਾਂ ਨੂੰ ਜਿਹੜੇ ਕਿ ਸੰਤ, ਜਿਹੜੇ ਪ੍ਰਭੂ ਦੇ ਸੰਤ ਨੇ, ਪਿਆਰੇ ਨੇ, ਤੇ ਉਹ ਉਹਨਾਂ ਦੇ ਨਾਲ ਤੁਹਾਡਾ ਜਿਹੜਾ ਮਿਲਾਪ ਨਿਰੰਕਾਰ ਵਾਹਿਗੁਰੂ ਜੀ ਕਰ ਦਿੰਦੇ ਹਨ। ਮਨ ਆਨੰਦ ਮੰਤਰ ਗੁਰ ਦੀਆ, ਤ੍ਰਿਸ਼ਨ 부ਜੀ ਮਨ ਨੇ ਚਲਥੀਆ। ਸੋ ਭਾਈ, ਜਦੋਂ ਸੰਤਾਂ ਦੀ ਸੰਗਤ ਦੇ ਵਿੱਚ ਬੈਠਦੇ ਹਾਂ ਆਪਾਂ, ਜਦੋਂ ਗੁਰੂ ਨਿਰੰਕਾਰ ਦਾ ਮੰਤਰ ਜਿਹੜਾ ਵਾਹਿਗੁਰੂ ਨਾਮ ਹੈ ਉਹਨੂੰ ਸੁਣਦੇ ਹਾਂ, ਮਨ ਆਨੰਦ ਦੇ ਵਿੱਚ ਚਲੇ ਜਾਂਦਾ, ਮਨ ਗਦਗਦ ਕਰਨਾ ਪੈਂਦਾ ਹੈ, ਟਿਕਾ ਦੇ ਵਿੱਚ ਆ ਜਾਂਦਾ ਹੈ। ਤ੍ਰਿਸ਼ਨ 부ਜੀ ਮਨ ਨਿਸ਼ਚਲਤੀ ਆ, ਕਹਿੰਦੇ ਜਿਹੜੀਆਂ ਸਾਰੀਆਂ ਤ੍ਰਿਸ਼ਨਾ ਦੀ ਅੱਗ ਅੰਦਰ ਬੁਝ ਗਈ, ਜਿਹੜੀ ਅੱਗ ਬੜੀ ਮਚ ਰਹੀ ਸੀਗੀ ਸੰਸਾਰ ਦੇ ਮਾਇਆ ਦੇ ਪਦਾਰਥਾਂ ਵਾਸਤੇ, ਕਹਿੰਦੇ ਬੁਝ ਗਈ, ਖਤਮ ਹੋ ਗਈ। ਜਿਹੜਾ ਮਨ ਉਹ ਹੁਣ ਨਿਚਲ ਹੋ ਗਿਆ, ਨਿਚਲ ਦਾ ਮਤਲਬ ਅਟਲ ਹੋ ਗਿਆ, ਉਹਦਾ ਭਟਕਣਾ ਖਤਮ ਹੋ ਗਈ। ਨਾਮ ਪਦਾਰਥ ਨੋ ਨਿਦ ਸਿੱਧ, ਨਾਨਕ ਗੁਰ ਤੇ ਪਾਈ ਬੁੱਧ। ਨਿਰੰਕਾਰ ਜੀ ਕਹਿੰਦੇ ਨੇ ਜਿਸ ਨੂੰ ਨਾਮ ਦਾ ਪਦਾਰਥ ਨਿਰੰਕਾਰ ਵਾਹਿਗੁਰੂ ਜੀ ਨੇ ਦੇ ਦਿੱਤਾ, ਉਹਨੂੰ ਸਾਰੇ ਸੁੱਖਾਂ ਦੇ ਖਜ਼ਾਨੇ ਵੀ ਨਾਲ ਹੀ, 9 ਨਿਧੀਆਂ ਵੀ ਸਤਿਗੁਰ ਤੇ 18 ਸਿੱਧੀਆਂ ਵੀ ਉਸ ਪਿਆਰੇ ਨੂੰ ਵਾਹਿਗੁਰੂ ਨਿਰੰਕਾਰ ਜੀ ਦੇ ਦਿੰਦੇ ਨੇ। ਨਾਨਕ ਗੁਰ ਤੇ ਪਾਈ ਬੁੱਧ, ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰ੍ਹਾਂ ਕਰਨ ਦੇ ਨਾਲ ਉਹ ਪ੍ਰੀਤਮ ਵਾਹਿਗੁਰੂ ਦੇ ਕੋਲੋਂ ਅਸੀਂ ਉੱਚੀ ਬੁੱਧ ਪਾ ਲੈਂਦੇ ਹਾਂ। ਆਸਾ ਮਹਲਾ ਪੰਜਵਾਂ, ਮਿਟੀ ਤੇ ਆਸ ਅਗਿਆਨ ਅੰਧੇਰੇ, ਸਾਧ ਸੇਵਾ ਅਗ ਕਟੇ ਕਨੇਰੇ। ਇਤਿਹਾਸ ਕਹਿੰਦੇ ਨੇ ਪਿਆਸ ਨੂੰ, ਜਿਹੜੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਜੀਵ ਸਾਧੂ ਸੰਤਾਂ ਦੀ ਸੇਵਾ ਦੇ ਵਿੱਚ ਆਣ ਕੇ ਬੈਠ ਗਏ, ਉਹਨਾਂ ਦੇ ਅੰਦਰ ਦੀ ਜਿਹੜੀ ਪਦਾਰਥਾਂ ਦੀ ਪਿਆਸ ਸੀ ਉਹ ਖਤਮ ਹੋ ਗਈ, ਅਗਿਆਨਤਾ ਦੂਰ ਹੋ ਗਈ, ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਸੇਵਾ ਦੇ ਵਿੱਚ ਲੱਗ ਕੇ ਉਹਨਾਂ ਨੇ ਐਸੀ ਸੇਵਾ ਦੀ ਘਾਲ ਕਮਾਈ ਕੀਤੀ, ਉਹਨਾਂ ਦੇ ਸਾਰੇ ਜਿਹੜੇ ਪਾਪ ਸਨ ਉਹ ਵੀ ਕੱਟੇ ਗਏ। ਸੁਖ ਸਹਿਜ ਆਨੰਦ ਕਨਾ, ਗੁਰ ਸੇਵਾ ਤੇ ਪੈ ਮਨ ਨਿਰਮਲ, ਹਰ 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 ਨਾਮ ਸੁਨਾ। ਤੇ ਨਾਲ ਹੀ ਨਾਮ ਜਪਦਿਆਂ ਸੇਵਾ ਕਰਦਿਆਂ ਦੇ ਸੁਖ ਸਹਿਜ ਆਨੰਦ ਘਣਾ, ਕਹਿੰਦੇ ਬਹੁਤ ਉੱਚੇ ਸੁੱਚੇ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਨੇ ਸੁਖਾਂ ਤੇ ਆਨੰਦ ਦੇ ਜਿਹੜੇ ਪਦਾਰਥ ਨੇ ਉਹ ਆਪਣੇ ਪਿਆਰੇ ਨੂੰ ਬਖਸ਼ ਦਿੱਤੇ। ਕਦੋਂ? ਹਰ ਹਰ ਨਾਮ ਸੁਣਾ। ਜਦੋਂ ਜੀਵ ਉਹ ਪ੍ਰਮਾਤਮਾ ਦਾ ਨਾਮ ਸੁਣ ਕੇ, ਉਸ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ, ਉਸ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਦੇ ਵਿੱਚ ਟਿਕਾ ਕੇ ਉਸ ਨਾਮ ਦਾ ਹੀ ਰੂਪ ਬਣ ਜਾਂਦਾ ਹੈ। ਰਹਾਉ ਬਿਨਸਿਓ ਮਨ ਕਾ ਮੂਰਖ ਢੀਠਾ, ਪ੍ਰਭ ਕਾ ਪਾਣਾ ਲਾਗਾ ਮੀਠਾ। ਇਹ ਨਾਮ ਜਦੋਂ ਅੰਦਰ ਜਾ ਕੇ ਹਿਰਦੇ ਦੇ ਵਿੱਚ ਵਸ ਜਾਂਦਾ ਬਾਈ, ਬਹੁਤ ਵੱਡਾ ਪਰਬਲ ਹੈ, ਬਹੁਤ ਵੱਡੀ ਤਾਕਤ ਇਹਦੂ ਨਾਮ ਦੇ ਵਿੱਚ, ਜਿਹੜੀ ਕਿ ਗਿਣੀ ਮਿਣੀ ਨਹੀਂ ਜਾ ਸਕਦੀ। ਕਹਿੰਦੇ ਬਿਨਸਿਓ ਮਨ ਕਾ ਮੂਰਖ ਢੀਠਾ। ਹੁਣ ਕਈ ਵਾਰ ਇਹ ਜਿਹੜਾ ਸਾਡਾ ਮੂਰਖ ਮਨ ਕਿਹਾ ਇੱਥੇ ਗੁਰੂ ਜੀ ਨੇ, ਸਵੇਰੇ ਅੰਮ੍ਰਿਤ ਵੇਲਾ ਹੁੰਦਾ ਭਾਈ, ਗੁਰੂ ਨਿਰੰਕਾਰ ਮਿਹਰ ਕਰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਹਰ ਆਪਣੇ ਪਿਆਰੇ ਨੂੰ ਜਗਾਉਂਦੇ ਨੇ। ਤੇ ਹੁਣ ਉਹ ਅਸੀਂ ਕੀ ਕਰਦੇ ਹਾਂ, ਅਸੀਂ ਫੇਰ ਰਜਾਈ ਦੱਬ ਕੇ ਸੌਂ ਜਾਂਦੇ ਹਾਂ। ਹੁਣ ਮਨ ਦੋ ਨੇ, ਇੱਕ ਮਨ ਹੈ ਜਿਹੜਾ ਕਿ ਅਸੀਂ ਉਹਨੂੰ ਨਿਰਗੁਣ ਤੇ ਸਰਗੁਣ ਸਰੂਪ ਵੀ ਦੇ ਸਕਦੇ ਹਾਂ, ਕੌਨਸ਼ੀਅਸ ਤੇ ਸਬ ਕੌਨਸ਼ੀਅਸ ਵੀ ਕਿਹਾ ਗਿਆ ਉਹਨੂੰ। ਹੁਣ ਇੱਕ ਜਿਹੜਾ ਕੌਨਸ਼ੀਅਸ ਦੇ ਵਿੱਚ ਹੁੰਦਾ, ਜਿਹੜਾ ਜਾਗਦਾ ਮਨ ਹੈ, ਜਿਹੜੀ ਉੱਚੀ ਸੁਚੇਤ ਹੋ ਕੇ ਅਸੀਂ ਰਾਤ ਨੂੰ ਕੀ ਕਰਦੇ ਹਾਂ, ਅਲਾਰਮ ਲਾ ਲੈਂਦੇ ਹਾਂ। ਇੱਕ ਇਹ ਮਿਸਾਲ ਹੀ ਆ ਛੋਟੀ ਜਿਹੀ, ਕਿ ਅਸੀਂ ਅਲਾਰਮ ਲਾ ਲੈਂਦੇ ਹਾਂ ਭਾਈ ਸਵੇਰ ਨੂੰ ਆਪਾਂ ਨਾ ਨਿਰੰਕਾਰ ਦੀ ਕਿਰਪਾ ਦੇ ਨਾਲ 3 ਵਜੇ ਜਾਗਣਾ। 3 ਵਜੇ ਜਾ ਕੇ ਆਪਾਂ ਇਸ਼ਨਾਨ ਪਾਣ ਕਰਕੇ ਵਾਹਿਗੁਰੂ ਨਿਰੰਕਾਰ ਦੇ ਸੱਚੇ ਪਾਤਸ਼ਾਹ ਦੀ ਵਡਿਆਈ ਕਰਨੀ। ਜੇ ਦੇ ਨਹੀਂ ਤਾਂ ਵੀ ਹੁੰਦਾ ਕਿ 3 ਵਜੇ ਅਲਾਰਮ ਵੱਜਦਾ, ਜਿਹੜਾ ਸਬ ਕੌਨਸ਼ੀਅਸ ਮਾਈਂਡ ਹੈ
ਉਹ ਕੀ ਕਰਦਾ, ਔਲਾਦ ਨੂੰ ਬੰਦ ਕਰ ਦਿੰਦਾ। ਉਹ ਐਡਾ ਬਲੀ ਹੈ, ਉਹ ਜਿਹੜਾ ਤੁਹਾਡਾ ਕੌਨਸ਼ੀਅਸ ਮਨ ਹੈ, ਜਿਹੜਾ ਜਾਗਦਾ ਮਨ ਹੈ, ਉਹਦੇ ਉੱਤੇ ਉਹ ਹਾਵੀ ਹੋ ਕੇ ਬਹਿ ਜਾਂਦਾ। ਇਹਨੂੰ ਮਾਇਆ ਦਾ ਵੀ ਇੱਕ ਰੂਪ ਆਖਿਆ ਹੈ। ਉਹ ਕੀ ਕਰਦੇ, ਐਲਾਨ ਬੰਦ ਕਰ ਦਿੰਦੇ, ਫਿਰ ਮੁੜ ਕੇ ਹੋ 6 ਵਜ ਕੇ ਵੀ ਉੱਠਣਾ, ਚਾਹੇ ਕੰਮ ਤੇ ਜਾਣਾ, ਇਸ ਤਰ੍ਹਾਂ ਹੋ ਜਾਂਦਾ। ਪਰ ਇਸ ਕਰਕੇ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜਾ ਮੂਰਖ ਮਨ ਹੈ, ਇਹਦਾ ਜਿਹੜਾ ਹਟਪੁਣਾ ਹੈ, ਜਿਹੜਾ ਢੀਠਪੁਣਾ ਹੈ, ਕਠੋਰਪੁਣਾ ਹੈ, ਉਹ ਨਿਰੰਕਾਰ ਦੇ ਨਾਮ ਸੁਣਨ ਦੇ ਨਾਲ ਦੂਰ ਹੋ ਜਾਂਦਾ। ਤੇ ਪ੍ਰਭੂ ਕਾ ਭਾਣਾ ਲਾਗਾ ਮੀਠਾ, ਫਿਰ ਦੁੱਖ ਆ ਜਾਏ, ਸੁੱਖ ਆ ਜਾਏ, ਅਮੀਰੀ ਆ ਜਾਏ, ਗਰੀਬੀ ਆ ਜਾਏ, ਨਿਰੰਕਾਰ ਜਿਸ ਤਰ੍ਹਾਂ ਉਸ ਪਿਆਰੇ ਨੂੰ ਰੱਖਣਾ ਚਾਹੁੰਦੇ ਨੇ, ਜਿਹੜਾ ਨਿਰੰਕਾਰ ਦਾ ਭਾਣਾ ਹੈ, ਉਹੀ ਹੁਕਮ ਹੈ, ਉਹੀ ਰਜ਼ਾ ਹੈ, ਉਹ ਫਿਰ ਇਸ ਮਨ ਨੂੰ ਮਿੱਠੀ ਲੱਗਣੀ ਸ਼ੁਰੂ ਹੋ ਜਾਂਦੀ ਹੈ। ਗੁਰਪੂਰੇ ਕੇ ਚਰਨ ਗਹੇ, ਕੋਟ ਜਨਮ ਕੇ ਪਾਪ ਲਹੇ। ਜਿਸ ਨੇ ਪੂਰੇ ਗੁਰਾਂ ਦੇ ਨਿਰੰਕਾਰ ਵਾਹਿਗੁਰੂ ਦੇ ਚਰਨ ਫੜੇ, ਉਸ ਨਾਮ ਨੂੰ ਹਿਰਦੇ ਦੇ ਵਿੱਚ ਟਿਕਾ ਲਿਆ, ਇਹੀ ਚਰਨ ਫੜਨੇ ਭਾਈ, ਤਾਂ ਕੋਟ ਜਨਮ ਕੇ ਪਾਪ ਕਰਨੇ, ਕਰੋੜਾਂ ਜਨਮਾਂ ਦੇ ਉਸ ਦੇ ਪਾਪ ਦੂਰ ਹੋ ਗਏ, ਨਿਰੰਕਾਰ ਵਾਹਿਗੁਰੂ ਨੇ ਖਤਮ ਕਰ ਦਿੱਤੇ। ਰਤਨ ਜਨਮ ਏ ਸਫਲ ਪਿਆ, ਕਹੋ ਨਾਨਕ ਪ੍ਰਭ ਕਰੀ ਮਾਇਆ। ਜਿਹੜਾ ਇਹ ਰਤਨ ਹੀਰੇ ਵਰਗਾ ਜਨਮ ਹੈ, ਇਹ ਕਹਿੰਦੇ ਵੀ ਹੁਣ ਸਫਲ ਪਿਆ, ਸਫਲ ਹੋ ਗਿਆ। ਇਹ ਜੀਵਨ ਲੱਖਾਂ ਕਰੋੜਾਂ ਜੂਨਾਂ ਤੋਂ ਬਾਅਦ ਘੁੰਮ ਕੇ ਇਹ ਸਾਨੂੰ ਦੇਹ ਪ੍ਰਾਪਤ ਹੋਈ। ਤੋਂ ਗੁਰੂ ਜੀ ਨੇ ਦੱਸਦਾ ਵੀ ਕੀ ਕਰਨਾ ਭਾਈ, ਦੁਲੱਭ ਦੇ ਜੀਤੀ ਨਹੀਂ ਹਾਰੇ। ਹੁਣ ਹਾਰ ਕੇ ਨਹੀਂ ਜਾਣਾ ਆਪਾਂ, ਇੱਥੋਂ ਜਿੱਤ ਕੇ ਜਾਣਾ, ਉਦਮ ਕਰਨਾ ਪੈਣਾ। ਹੁਣ ਕਿੰਨੀ ਵਾਰ ਆਪਾਂ ਬਾਣੀ ਸੁਣਦੇ ਹਾਂ, ਜਿਹਦੇ ਵਿੱਚ ਵਾਹਿਗੁਰੂ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਸੁਚੇਤ ਕਰਦੇ ਕੀ ਅਸੀਂ ਹੋ ਰਹੇ ਹਾਂ, ਆਪਣੇ ਆਪ ਨੂੰ ਆਪਾਂ ਪੁੱਛ ਲਈਏ। ਹੁਣ ਗੁਰੂ ਜੀ ਸੰਤੋਖੀ ਦੀ ਗੱਲ ਕਈ ਵਾਰੀ ਕਰਦੇ ਨੇ, ਵਿਵੇਕੀ ਦੀ ਗੱਲ ਕਰਦੇ ਨੇ, ਸਤਿਗੁਰ ਸਹਿਜ ਦੀ ਗੱਲ ਕਰਦੇ ਨੇ। ਸੁਣੀ ਕਿੰਨੀ ਵਾਰੀ, ਲੱਖਾਂ ਵਾਰ ਸੁਣ ਚੁੱਕੇ ਹਾਂ। ਆ ਮੇਰਾ ਖਿਆਲ ਜਦੋਂ ਤੋਂ ਨਿਰੰਕਾਰ ਜੀ ਨੇ ਸਾਡੇ ਉੱਤੇ ਕਿਰਪਾ ਕੀਤੀ, ਗਰੀਬਾਂ ਦੇ ਉੱਤੇ, ਆਪਣੀ ਸੇਵਾ ਦੇ ਉੱਤੇ ਲਾਇਆ, ਮੇਰਾ ਖਿਆਲ ਹਜ਼ਾਰਾਂ ਲੱਖਾਂ ਦੀ ਤਸਵੀਰ ਇਹਦੇ ਬਚਨ ਤੁਹਾਡੇ ਨਾਲ ਸਾਂਝੇ ਕਰ ਸਕੇ ਕਿ ਭਾਈ ਗੁਰੂ ਨਿਰੰਕਾਰ ਜਿਹੜੇ ਪੂਰੇ ਨੇ, ਸਾਰੀਆਂ ਦਾਤਾਂ ਦੇ ਮਾਲਕ ਨੇ। ਜੇ ਉਹ ਸਾਨੂੰ ਕਹਿੰਦੇ ਨੇ ਵੀ ਭਾਈ ਸੰਤੋਖੀ ਬਣ ਕੇ, ਅਸੀਂ ਸੰਤੋਖੀ ਬਣ ਗਏ, ਜਾਂ ਇਦੋਂ ਕੰਨ ਪਾਈ ਤੇ ਇਦੋਂ ਕੰਨ ਕੱਢ ਕੇ ਉਹ ਮਾਰੀ, ਕਿ ਅਸੀਂ ਸਹਿਜ ਅਵਸਥਾ ਦੇ ਵਿੱਚ ਆ ਗਏ, ਅਡੋਲਤਾ ਦੇ ਵਿੱਚ ਆ ਗਏ, ਸ਼ਾਂਤੀ ਦੇ ਵਿੱਚ ਆ ਗਏ, ਕਿ ਸਤਿਗੁਰ ਨੇ ਜਿਹੜੀ ਸਤਿਗੁਰ ਤੋਂ ਵਿਵੇਕੀ ਮੱਤ ਹੈ, ਕਿ ਸਾਡੀ ਮੱਤ ਉੱਚੀ ਸੁੱਚੀ ਹਰ ਵੇਲੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਿਰੰਕਾਰ ਦੇ ਨਾਮ ਦੇ ਨਾਲ ਵਿਰਤੀ ਸਾਡੀ ਜੁੜ ਗਈ। ਸੁਣੀ ਤਾਂ ਜਾ ਰਹੇ ਹਾਂ, ਪਰ ਕਾਹਤੇ ਨਹੀਂ ਕਮਾਉਂਦੇ। ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜਾ ਰਤਨ ਜਨਮ ਇਹੋ ਸਫਲ ਪਿਆ। ਇਹ ਜਨਮ ਉਦੋਂ ਭਾਈ ਸਫਲ ਹੋਣਾ ਜੋ ਗੁਰੂ ਨਿਰੰਕਾਰ ਦੇ ਕੋਲੋਂ ਤੁਸੀਂ ਸੁਣੋਗੇ, ਉਹਨੂੰ ਕਮਾਵੋਗੇ। ਜੇ ਸਤਿਗੁਰ ਜੀ ਸੰਤੋਖੀ ਦੀ ਗੱਲ ਕਰਦੇ ਤਾਂ ਆਪਾਂ ਸੰਤੋਖੀ ਬਣੀਏ। ਜੇ ਨਿਰੰਕਾਰ ਜੀ ਵਿਵੇਕੀ ਮੱਤ ਦੀ ਗੱਲ ਕਰਦੇ, ਆਪਾਂ ਵਿਵੇਕੀ ਮੱਤ ਦੇ ਮਾਲਕ ਬਣੀਏ। ਜੇ ਸਤਿਗੁਰ ਸੱਚੇ ਪਾਤਸ਼ਾਹ ਜੀ ਅਡੋਲਤਾ ਦੀ ਸਹਿਜ ਦੀ ਗੱਲ ਕਰਦੇ, ਆਪਾਂ ਅਡੋਲਤਾ ਸੁਖ ਸ਼ਾਂਤੀ ਦੇ ਵਿੱਚ ਆਈਏ, ਤਾਂ ਹੀ ਇਹ ਸਾਡਾ ਜੀਵਨ ਜਿਹੜਾ ਇੱਥੇ ਆਇਆ ਹੋਇਆ ਸਫਲ ਹੋਏਗਾ। ਕਹੋ ਨਾਨਕ ਪ੍ਰਭ ਕਰੀ ਮਾਇਆ। ਔਰ ਇਸ ਤਰ੍ਹਾਂ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਨੇ ਆਪਣੇ ਪਿਆਰਿਆਂ ਦੇ ਉੱਤੇ, ਮਾਇਆ ਦਾ ਮਤਲਬ ਤੇ ਕਿਰਪਾ, ਰਹਿਮਤ, ਉਸ ਅਕਾਲ ਪੁਰਖ ਨੇ ਆਪਣੀ ਦ੍ਰਿਸ਼ਟੀ ਪਾ ਕੇ ਪਾਈ ਹੋਈ ਹੈ। ਸੋ ਪ੍ਰਭੂ ਨਿਰੰਕਾਰ ਸਾਡੇ ਉੱਤੇ ਕਿਰਪਾ ਕਰਦੇ ਨੇ, ਸਾਡੇ ਉੱਤੇ ਦ੍ਰਿਸ਼ਟੀ ਪਾਈ ਹੋਈ ਆ। ਪਰ ਭਾਈ ਅਸੀਂ ਆਪਣੇ ਮੂਰਖ ਮਨ ਨੂੰ ਨਹੀਂ ਸਮਝਾ ਰਹੇ। ਪਰ ਗੁਰੂ ਨਿਰੰਕਾਰ ਜੀ ਕਹਿੰਦੇ ਨੇ ਵੀ ਹੁਣ ਮੌਕਾ ਤੇ ਕੋ ਹੈ ਇਹ ਦੁਰਲਭ ਦੇਹ ਨੂੰ ਜਿੱਤਣ ਦਾ, ਇਹ ਜੀਵਨ ਦੀ ਬਾਜੀ ਨੂੰ ਜਿੱਤਣ ਦਾ। ਆਸਾ ਮਹਿਲਾ ਪੰਜਵਾਂ, ਸਤਿਗੁਰ ਆਪਣਾ ਸਦ ਸਦਾ ਸਮਾਰੇ, ਗੁਰ ਕੇ ਚਰਨ ਕੇਸ ਸੰਗ ਚਾਰੇ। ਆ ਗਏ ਨਿਰੰਕਾਰ ਜੀ ਮਨ ਦੇ ਉੱਤੇ। ਔਰ ਉਹ ਮਨ, ਮੈਂ ਬੇਨਤੀ ਅੱਗੇ ਕੀਤੀ ਸੀ, ਕਰ ਵੇ ਕਰ ਦਵਾਂ ਨਾ, ਮਨ ਦਾ ਰੂਪ ਰੰਗ ਕੋਈ ਨਹੀਂ, ਇਹੀ ਅਗੰਮੀ ਤਾਕਤ ਹੈ, ਇਹੀ ਉਹ ਸ਼ਕਤੀ ਹੈ। ਜਿਹੜੀ ਸ਼ਕਤੀ ਜਿਹੜੀ ਹੈ, ਇਹ ਅੰਦਰ ਜਿਹੜੇ ਬਾਕੀ ਬੇਕਾਰ ਨੇ ਉਹਨਾਂ ਨੂੰ ਇਹ ਸ਼ਕਤੀ ਨੂੰ ਘੇਰ ਕੇ ਰੱਖਿਆ ਹੋਇਆ। ਤਾਂ ਨਿਰੰਕਾਰ ਸੱਚੇ ਪਾਤਸ਼ਾਹ ਜੀ ਇਸ ਮਨ ਨੂੰ ਇੱਕ ਨਾਮ ਦਿੱਤਾ। ਮਨ ਨੂੰ ਕਹਿੰਦੇ ਨੇ ਹੇ ਮੇਰੇ ਮਨਾ, ਆਪਣੇ ਮਨ ਨੂੰ ਜੀਵ ਸਮਝਾਉਂਦਾ, ਆਪਣੇ ਸਤਿਗੁਰਾਂ ਨੂੰ ਸਦਾ ਸਦਾ ਸਮਾਨ, ਮਤਲਬ ਸਦਾ ਸਦਾ ਉਹਨਾਂ ਦੀ ਬੰਦਗੀ ਕਰ। ਉਹਨਾਂ ਨਿਰੰਕਾਰ ਸੱਚੇ ਪਾਤਸ਼ਾਹ ਜੀ ਦੇ ਤੂੰ ਸਤਿਗੁਰ ਦੇ ਸੇਵਾ ਕਰਦਿਆਂ ਸਤਿਗੁਰ ਦੇ ਆਰਾਧਨਾ ਕਰਦਿਆਂ ਨਿਰੰਕਾਰ ਨੂੰ ਹਿਰਦੇ ਦੇ ਵਿੱਚ ਇੰਨਾ ਆਪਣੇ ਹਿਰਦੇ ਨੂੰ ਸ਼ੁੱਧ ਕਰ ਲਾ ਕਿ ਨਿਰੰਕਾਰ ਜੀ ਤੂੰ ਹਿਰਦੇ ਦੇ ਵਿੱਚ ਆਣ ਕੇ ਟਿਕ ਜਾਵਣ, ਅੰਦਰੋਂ ਹੀ ਗੁਪਤ ਰੂਪੀ ਜੋ ਬੈਠੇ ਨੇ ਪ੍ਰਗਟ ਹੋ ਜਾਵਣ। ਕਹਿੰਦੇ ਉਸ ਨਾਮ ਨੂੰ ਬਹੁਤ ਸੰਭਾਲ ਕੇ ਰੱਖ, ਬਹੁਤ ਸੁਚੇਤ ਹੋ ਕੇ ਨਾਮ ਜਪ, ਤੇ ਗੁਰ ਕੇ ਚਰਨ ਕੇਸ ਸੰਗ ਚਾਰੇ। ਕਹਿੰਦੇ ਗੁਰੂ ਦੇ ਜਿਹੜੇ ਚਰਨ ਨੇ
ਉਹਨਾਂ ਨੂੰ ਆਪਣੇ ਕੇਸਾਂ ਦੇ ਨਾਲ ਝਾੜ ਨਾ ਕਰ। ਹੁਣ ਕੇਸਾਂ ਦੇ ਨਾਲ ਝਾੜਨਾ ਕਿੱਦਾਂ ਕਰਾਂਗੇ? ਗੁਰੂ ਨਿਰੰਕਾਰ ਤਾਂ ਨਿਰਗੁਣ ਸਰੂਪ ਨੇ ਭਾਈ। ਹੁਣ ਜਦੋਂ ਆਪਾਂ ਇੱਥੇ ਗੱਲ ਹੈ ਕਿ ਕੇਸ ਜਿਹੜੇ ਆ, ਜੇ ਆਪਣੇ ਤੂੰ ਧਰਮ ਦੇ ਵਿੱਚ ਪਰਪੱਕ ਹੋ ਜਾ, ਨਿਰੰਕਾਰ ਦੀ ਸਿੱਖੀ ਦੇ ਵਿੱਚ ਪਰਪੱਕ ਹੋ ਜਾ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਪੰਜਾਂ ਪਿਆਰਿਆਂ ਤੋਂ ਗੁਰ ਮੰਤਰ ਮੂਲ ਮੰਤਰ ਲੈ ਕੇ ਉਹਨੂੰ ਦਿਲਾਉਣਾ ਸ਼ੁਰੂ ਕਰ ਦੇ, ਨਿਰੰਕਾਰ ਦੀ ਸੇਵਾ ਦੇ ਵਿੱਚ ਵੱਧ ਤੋਂ ਵੱਧ ਸਮਾਂ ਲਾਉਣਾ ਸ਼ੁਰੂ ਕਰ ਦੇ, ਸੱਚ ਦੀ ਤੇ ਹੱਕ ਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੇ। ਕਹਿੰਦੇ ਇਹ ਹੈ ਧਰਮ ਦੇ ਵਿੱਚ ਪਰਪੱਕ ਹੋਣਾ, ਇਹ ਹੈ ਕੇਸਾਂ ਦੇ ਨਾਲ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਕਰਨੀ। ਜਾਗਰੇ ਮਨ ਜਾਗਨ ਹਾਰੇ, ਬਿਨ ਹਰੇ ਅਵਰ ਨ ਆਵਸ ਕਾਮਾ, ਝੂਠਾ ਮੋਹ ਮਿਥਿਆ ਪਸਾਰੇ। ਇਹ ਮੇਰੇ ਮਨਾ ਸੰਸਾਰ ਵੱਲੋਂ ਜਾਗ, ਸੰਸਾਰ ਦੇ ਮੋਹ ਪਦਾਰਥਾਂ ਦੇ ਵਿੱਚ, ਮੋਹ ਮਾਇਆ ਦੇ ਪਦਾਰਥਾਂ 'ਚ ਜਿਹੜਾ ਤੂੰ ਸੁੱਤਾ ਪਿਆ ਹੈ, ਹੁਣ ਇਹਦੇ ਵੱਲੋਂ ਜਾਗ ਪਾ। ਸੰਸਾਰ ਨੂੰ ਛੱਡ ਕੇ ਨਿਰੰਕਾਰ ਨੂੰ ਪਕੜ ਲਾ, ਉਹਦੀ ਬੰਦਗੀ ਕਰਨੀ ਸ਼ੁਰੂ ਕਰ ਦੇ, ਉਹਦੇ ਤਰਫ ਨੂੰ ਹੁਣ ਜਾਗ ਪਾ, ਉਹਦੇ ਵੱਲ ਨੂੰ, ਉਹਦੀ ਯਾਦ ਦੇ ਵਿੱਚ ਹੁਣ ਜਾਗ ਪਾ। ਬਿਨ ਹਰ ਅਵਰ ਨ ਆਵਸ ਕਾਮਾ, ਉਹ ਨਿਰੰਕਾਰ ਦੇ ਨਾਮ ਔਰ ਨਿਰੰਕਾਰ ਤੋਂ ਬਗੈਰ ਹੋਰ ਕੋਈ ਵੀ ਵਸਤੂ ਤੇਰੇ ਕੰਮ ਨਹੀਂ ਆਉਣੀ। ਝੂਠਾ ਮੋਹ ਮਿਥਿਆ ਪਸਾਰੇ, ਇਹ ਜਿਹੜਾ ਮੋਹ ਮਾਇਆ ਦੇ ਕਾਰਨ ਤੂੰ ਇੱਥੇ ਸੁੱਤਾ ਪਿਆ, ਇਹ ਪਸਾਰਾ ਹੀ ਹੈ, ਇਹ ਤਾਂ ਝੂਠਾ ਪਸਾਰਾ ਹੈ। ਰਹਾਉ ਗੁਰ ਕੀ ਬਾਣੀ ਸਿਉ ਰੰਗ ਲਾਏ, ਗੁਰ ਕਿਰਪਾਲ ਹੋਏ ਦੁਖ ਜਾਏ। ਮਨਾ ਗੁਰੂ ਦੀ ਬਾਣੀ ਦੇ ਨਾਲ ਲੱਗ ਜਾ, ਜੁੜ ਜਾ, ਔਰ ਉਸ ਨਿਰੰਕਾਰ ਦੀ ਬਾਣੀ ਦੇ ਵਿੱਚ ਆਪਣੇ ਆਪ ਨੂੰ ਪ੍ਰੇਮ ਦਾ ਰੰਗ ਲਾ ਲਾ, ਤੇ ਗੁਰ ਕਿਰਪਾਲ ਹੋਏ ਦੁਖ ਜਾਏ। ਗੁਰੂ ਨਿਰੰਕਾਰ ਤੇਰੇ ਤੇ ਕਿਰਪਾ ਕਰ ਦੇਣਗੇ। ਆਸਾ ਤ੍ਰਿਸ਼ਨਾ, ਹੋਰ ਜਿਹੜੀਆਂ ਤੇਰੀਆਂ ਵੇਸ਼ੇ ਵਿਕਾਰਾਂ ਦੀਆਂ ਭੁੱਖਾਂ ਨੇ, ਉਹ ਸਾਰੀਆਂ ਨਿਰੰਕਾਰ ਸੱਚੇ ਪਾਤਸ਼ਾਹ ਦੂਰ ਕਰ ਦੇਣਗੇ। ਗੁਰ ਬਿਨ ਦੂਜਾ ਨਾਹੀ ਥਾਉ, ਗੁਰਦਾਤਾ ਗੁਰ ਦੇਵੈ ਨਾਉ। ਇਸ ਕਰਕੇ ਮਨਾ ਆਪਣੇ ਵਾਸਤੇ ਗੁਰੂ ਤੋਂ ਬਗੈਰ ਹੋਰ ਕੋਈ ਥਾਂ ਨਹੀਂ ਹੈ। ਗੁਰਦਾਤਾ ਗੁਰ ਦੇਵੇ ਨਾਉ, ਗੁਰੂ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਆਸਰਾ ਦਿੰਦੇ ਹਨ, ਤੇ ਗੁਰੂ ਹੀ ਨਿਰੰਕਾਰ ਸੱਚੇ ਪਾਤਸ਼ਾਹ ਜੀ ਨਾਮ ਦੇ ਦੇਣ ਵਾਲੇ, ਦਾਤ ਦੇਣ ਵਾਲੇ ਹਨ। ਗੁਰ ਪਾਰ ਬ੍ਰਹਮ ਪਰਮੇਸ਼ਰ ਆਪ, ਆਠ ਪਹਿਰ ਨਾਨਕ ਗੁਰ ਜਾਪ। ਗੁਰੂ ਨਿਰੰਕਾਰ ਜੀ ਆਪ ਪਾਰ ਬ੍ਰਹਮ ਨੇ, ਪਰਮੇਸ਼ਰ ਨੇ, ਸੰਸਾਰ ਦੇ ਬਣਾਉਣ ਵਾਲੇ, ਸੰਸਾਰ ਨੂੰ ਪਾਲਣ ਵਾਲੇ, ਤੇ ਸੰਸਾਰ ਦਾ ਸੰਘਾਰ ਕਰਨ ਵਾਲੇ ਵੀ ਆਪ ਹੀ ਨੇ। ਦੁੱਖਾਂ ਸੁੱਖਾਂ ਦੇ ਵੀ ਮਾਲਕ ਆਪ ਨੇ, ਅਮੀਰੀ ਗਰੀਬੀ ਦੇ ਵੀ ਮਾਲਕ ਆਪ ਨੇ, ਵਡਿਆਈ ਨਿੰਦਿਆ ਦੇ ਵੀ ਮਾਲਕ ਆਪ ਹੀ ਹਨ। ਇਸ ਕਰਕੇ ਅੱਠੀ ਪੈਰ ਉਹ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਧੰਨ ਧੰਨ ਆਖ, ਉਹ ਮੇਰੇ ਮਨਾ। ਆਸਾ ਮਹਿਲਾ ਪੰਜਵਾਂ, ਆਪੇ ਪੇੜ ਬਿਸਥਾਰੀ ਸਾਖ, ਆਪਣੀ ਖੇਤੀ ਆਪੇ ਰਾਖ। ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਹਰ ਇੱਕ ਦੇ ਅੰਦਰ ਖੇਡ ਖੇਡ ਰਹੇ ਨੇ, ਤਾਂ ਕਹਿੰਦੇ ਇਹ ਖਿਆਲ ਕਰਿਓ, ਭਾਵੇਂ ਉਹਨਾਂ ਨੇ ਵੱਖਰੀਆਂ ਵੱਖਰੀਆਂ ਤਿੰਨਾਂ ਭਵਨਾਂ ਦੇ ਵਿੱਚ ਬੜਾ ਕੁਝ ਬਣਾਇਆ ਹੋਇਆ, ਪਰ ਆਪੇ ਪੇੜ ਹੈ। ਪੇੜ ਦਾ ਮਤਲਬ ਹੁੰਦਾ ਦਰਖਤ, ਉਹ ਦਰਖਤ ਆਪ ਹੀ ਜੜ ਹੈ, ਹਰ ਇੱਕ ਦੀ ਜੜ ਆਪ ਹੈ, ਪੇੜ ਹੈ। ਤੇ ਬਾਕੀ ਸਭ ਕੁਝ ਜੋ ਆਪਾਂ ਦੇਖਦੇ ਪਾਈਏ ਉਹਦੀਆਂ ਸ਼ਾਖਾਂ ਨੇ, ਜਿਹੜੀਆਂ ਟਾਹਣੀਆਂ ਕਹਿੰਦੇ ਨੇ। ਜਦੋਂ ਪੇੜ ਦੀਆਂ ਟਾਹਣੀਆਂ ਦੇਖਦੇ ਆ, ਦਰਖਤ ਦੀਆਂ ਟਾਹਣੀਆਂ ਦੇਖਦੇ ਆ, ਕਹਿੰਦੇ ਆਪ ਉਹ ਦਰਖਤ, ਟਾਹਣੀਆਂ ਵੀ ਉਹ ਆਪ ਹੀ ਹੈ। ਉਹਦੀ ਖੇਤੀ ਅੱਜ ਉਸਨੇ ਪੱਤੇ ਫਲ ਹੋਰ ਚੀਜ਼ਾਂ ਇਹਨਾਂ ਟਾਹਣੀਆਂ ਨੂੰ ਲਾਏ ਨੇ, ਇਹ ਖੇਤੀ ਹੋ ਗਈ ਉਹਦੀ। ਤਾਂ ਜਿਹੜੇ ਸੰਸਾਰ ਦੇ ਵਿੱਚ, ਸੰਸਾਰ ਦਾ ਮੁੱਢ ਕਦੀਮ ਜਿਹੜੇ ਨੇ, ਸੰਸਾਰ ਦੀ ਬਣਤਰ ਬਣਾਉਣ ਵਾਲੇ ਨਿਰੰਕਾਰ ਜੀ ਆਪ ਨੇ। ਅਸੀਂ ਉਸ ਦੀਆਂ ਟਾਹਣੀਆਂ ਹਾਂ ਤੇ ਉਸ ਦੀਆਂ ਖੇਤੀ ਹਾਂ। ਸਾਡੀ ਰਖਵਾਲੀ ਕਰਨ ਵਾਲੇ ਵਾਹਿਗੁਰੂ ਜੀ ਆਪ ਹੀ ਹਨ, ਆਪ ਹੀ ਆਪਣੀ ਉਹ ਖੇਤੀ ਦੀ ਸਤਿਗੁਰ ਜੀ ਰੱਖਿਆ ਕਰਦੇ ਹਨ। ਜਤ ਕਤ ਪੇਖੂ ਏਕੈ ਉਹੀ, ਕਟ ਕਟੇ ਅੰਤਰ ਆਪੇ ਸੋਈ। ਜਿਨ੍ਹਾਂ ਨੇ ਮਨ ਨੂੰ ਸਮਝਾ ਲਿਆ, ਫਿਰ ਉਹਨਾਂ ਬਾਰੇ ਨਿਰੰਕਾਰ ਜੀ ਆਪਾਂ ਨੂੰ ਇਹ ਗਿਆਨ ਦਿੰਦੇ ਨੇ। ਆਪਾਂ ਨੂੰ ਕਹਿੰਦੇ ਨੇ ਕਿ ਜਤ ਕਤ ਪੇਖੂ ਏਕੋ ਉਹੀ, ਜਿੱਥੇ ਕਿੱਥੇ ਮੈਂ ਦੇਖਾਂ ਮੈਨੂੰ ਉਹ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਹੀ ਨਜ਼ਰ ਆਵੇ। ਮਿਸਾਲਾਂ ਤਾਂ ਬੜੀਆਂ ਆਪਾਂ ਦਿੰਨੇ ਆ, ਭਾਈ ਕਨਈਆ ਜੀ ਦੀਆਂ ਬੜੀਆਂ ਮਿਸਾਲਾਂ ਦਿੰਨੇ ਆ ਆਪਾਂ, ਬਾਬਾ ਨਾਮਦੇਵ ਜੀ ਦੀਆਂ, ਫਿਰ ਉਹਨਾਂ ਨੇ ਕੁੱਤੇ ਦੇ ਵਿੱਚ ਵੀ, ਪਠਾਨ ਦੇ ਵਿੱਚ ਵੀ ਰੱਬ ਦੇਖ ਲਿਆ, ਪਰ ਕਦੀ ਇਹ ਵੀ ਦੇਖਿਆ ਕਿ ਉਹਨਾਂ ਦੇ ਜੀਵਨ ਕਿੰਨੇ ਉੱਚੇ ਸੁੱਚੇ ਸਨ। ਕਦੀ ਇਹ ਵੀ ਦੇਖਿਆ ਉਹਨਾਂ ਦੀ ਘਾਲ ਕਮਾਈ ਕਿੰਨੀ ਸੀ, ਕਿੰਨਾ ਉਹਨਾਂ ਨੇ ਸੰਸਾਰ ਦੇ ਉੱਤੇ ਕਿੰਨਾ ਸੱਚ ਦਾ ਜੀਵਨ ਬਤੀਤ ਕਰਦੇ ਹੋਏ ਨੇ, ਕਿੰਨੇ ਦੁੱਖ ਵੀ ਉਹਨਾਂ ਨੇ ਝੱਲੇ ਭਾਈ। ਹੁਣ ਇਹੀ ਨਾ ਦੇਖਿਆ ਕਰੋ
ਜਿਸ ਤਰ੍ਹਾਂ ਮੈਂ ਇੱਕ ਬੇਨਤੀ ਪਹਿਲਾਂ ਕੀਤੀ ਸੀ, ਆਪਾਂ ਜਦੋਂ ਪਾਕਿਸਤਾਨ ਜਾਂਦੇ ਹਾਂ 200 ਤੋਂ ਉੱਪਰ ਗੁਰਦੁਆਰਾ ਜਿਹੜਾ ਹੈ ਉਹ ਆਪਣੇ ਕੋਲੋਂ ਵਿਛੜ ਚੁੱਕਿਆ, ਪਰ ਆਪਣੇ ਚੰਗੇ ਭਾਗ ਨੇ ਫਿਰ ਵੀ ਉਹ ਸਾਨੂੰ ਉੱਥੇ ਆਉਣ ਜਾਣ ਦਾ ਸਾਧਨ ਬਣਾਉਂਦੇ ਰਹਿੰਦੇ ਨੇ। ਜਦੋਂ ਆਪਾਂ ਉੱਥੇ ਜਾਈਏ ਨਨਕਾਣਾ ਸਾਹਿਬ ਦੇ ਵਿੱਚ ਤੇ ਉੱਥੇ ਜਾ ਕੇ ਨੱਕ ਰਗੜ ਕੇ ਇਹ ਭਾਵੇਂ ਮਾਸ ਹੀ ਲੈ ਜੇ, ਕਿਉਂਕਿ ਉਹ ਦਰ ਉਹ ਘਰ ਹੈ ਜਿੱਥੇ ਸਾਰੇ ਸੁੱਖਾਂ ਦਾ ਦਾਤੇ ਨੇ ਧਰਤੀ ਨੂੰ ਭਾਗ ਲਾਇਆ ਸਤਿਗੁਰਾਂ ਨੇ ਆ ਕੇ। ਜਦੋਂ ਆਪਾਂ ਨਨਕਾਣਾ ਸਾਹਿਬ ਤੋਂ ਆਪਾਂ ਸੱਚੇ ਸੌਦੇ ਜਾਈਏ, ਉੱਥੋਂ ਸੱਚਾ ਸੌਦਾ ਕਰਨ ਦੀ ਜਾਚ ਦੀ ਭੀਖ ਮੰਗੀ ਹੈ ਗੁਰੂ ਕੋਲੋਂ, ਨਿਰੰਕਾਰ ਦੇ ਕੋਲੋਂ। ਜਦੋਂ ਅਸੀਂ ਪੰਜਾ ਸਾਹਿਬ ਜਾਈਏ, ਇਹ ਨਿਰੰਕਾਰ ਦੇ ਮੂਹਰੇ ਅਰਦਾਸਾਂ ਕਰੀਏ, ਇਹ ਮੇਰੇ ਵਾਹਿਗੁਰੂ ਤੁਸੀਂ ਐਡੇ ਸਮਰੱਥ ਹੋ, ਤੁਸੀਂ ਤਾਂ ਪੱਥਰਾਂ ਨੂੰ ਪੰਜੇ ਲਾ ਕੇ ਮੋਮ ਕਰ ਦਿੰਦੇ ਹੋ, ਆਪ ਵੱਡਾ ਪੱਥਰ ਕਠੋਰ ਆ ਗਿਆ ਤੇਰੇ ਕੋਲ, ਹੁਣ ਮੇਰੇ ਤੇ ਕਿਰਪਾ ਕਰ, ਮੈਨੂੰ ਵੀ ਆਪਣੇ ਨਾਮ ਦਾ ਪੰਜਾ ਲਾ ਕੇ ਮੋਮ ਕਰ ਦੇ। ਬੇਰ ਸਾਹਿਬ ਜਾਓ, ਉੱਥੇ ਜਾ ਕੇ ਹਮਜ਼ਾ ਕੌਸ ਦੀ ਸਾਖੀ ਸੁਣੋ, ਆਪਣੇ ਆਪ ਨੂੰ ਹਮਜ਼ਾ ਕੌਸ ਹੀ ਸਮਝੋ ਵੀ ਅਸੀਂ ਤਾਂ ਐਡੇ ਔਗਣਾਂ ਦੇ ਭਰੇ ਹੋਏ ਹਾਂ, ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰ। ਜਦੋਂ ਤੁਸੀਂ ਕਰਤਾਰਪੁਰ ਜਾਵੋ ਤੇ ਉੱਥੇ ਤੁਹਾਡਾ ਜਾਂਦਿਆਂ ਜਾਂਦਾ ਦਾ ਮਨ ਇੰਨਾ ਬਦਲ ਜਾਵੇ ਕਿ ਤੁਸੀਂ ਸੰਤ ਸਰੂਪੀ ਬਣ ਜਾਵੋ। ਕਰਤਾਰਪੁਰ ਕਰਤਾ ਬਸੇ ਸੰਤਨ ਕੇ ਪਾਸ, ਨਿਰੰਕਾਰ ਜੀ ਕਿਤੇ ਨਹੀਂ ਗਏ। ਨਿਰੰਕਾਰ ਜੀ ਕਰਤਾਰਪੁਰ ਦੇ ਵਿੱਚ ਭਾਵੇਂ ਨਹੀਂ, ਪਰ ਕਰਤਾਰਪੁਰ ਦੀ ਵਡਿਆਈ ਆ। ਕਰਤਾਰਪੁਰ ਜਾਂਦਿਆਂ ਤੇ ਇਹ ਗੁਰੂ ਨਿਰੰਕਾਰ ਦੇ ਅਸਥਾਨਾਂ ਦੇ ਦਰਸ਼ਨ ਕਰਦੇ ਕਰਦੇ ਗਿਆਨ ਦਾ ਚਿਰਾਗ ਜਗਾਉਂਦੇ ਜਗਾਉਂਦੇ ਜਦੋਂ ਤੁਸੀਂ ਉੱਥੇ ਪਹੁੰਚ ਜਾਵੋ, ਭਾਈ ਤੁਹਾਡਾ ਮਨ ਸੰਤ ਸਰੂਪ ਬਣ ਜਾਵੇ, ਸੱਚ ਦਾ ਜੀਵਨ ਬਤੀਤ ਕਰਨ ਵਾਸਤੇ ਤਿਆਰ ਹੋ ਜਾਵੇ, ਤਾਂ ਫਿਰ ਇਸ ਤਰ੍ਹਾਂ ਅਨੁਭਵ ਕਰੋ ਕਿ ਨਿਰੰਕਾਰ ਸੱਚੇ ਪਾਤਸ਼ਾਹ ਤੁਹਾਡੇ ਹੀ ਕੋਲ ਨੇ। ਸੋ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਸੰਸਾਰੀ ਜੀਵ ਜਿੱਥੇ ਕਿਤੇ ਵੀ ਤੂੰ ਦੇਖਣਾ ਕਰੇ, ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਹੀ ਦੇਖ। ਸਾਰੇ ਘਟਾਂ ਦੇ ਅੰਤਰ ਉਹ ਨਿਰੰਕਾਰ ਵਾਹਿਗੁਰੂ ਗੁਪਤ ਰੂਪ ਜੋਤ ਰੂਪ ਕਿਰਨ ਰੂਪ ਬੈਠੇ ਹੋਏ ਨੇ। ਰਹਾਉ ਆਪੇ ਸੂਰ ਕਿਰਨ ਵਿਸਥਾਰ, ਸੋਈ ਗੁਪਤ ਸੋਈ ਆਕਾਰ। ਆਪੇ ਹੀ ਸੂਰਜ ਨੇ ਤੇ ਆਪੇ ਕਿਰਨਾਂ ਵਾਲੇ ਕਿਰਨਾਂ ਦੇ ਰਹੇ ਨੇ। ਕਿਰਨਾਂ ਜਿਹੜੀਆਂ ਸੂਰਜ ਦੇ ਵਿੱਚੋਂ ਨਿਕਲਦੀਆਂ ਨੇ ਉਹ ਵੀ ਆਪ ਹੀ ਹੈ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ। ਉਹ ਸੂਰਜ ਦੇ ਕਰਤਾ ਵੀ ਆਪ ਨੇ ਤੇ ਕਿਰਨਾਂ ਦੇ ਕਰਤੇ ਵੀ ਆਪ ਨੇ। ਸੂਰਜ ਨੂੰ ਬਣਾ ਕੇ ਕਿਰਨਾਂ ਕੱਢਣ ਵਾਲੇ ਵੀ ਉਹ ਨਿਰੰਕਾਰ ਵਾਹਿਗੁਰੂ ਜੀ ਨੇ। ਆ ਸੋਈ ਗੁਪਤ ਸੋਈ ਆਕਾਰ, ਆਪ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਸੂਰਜ ਜਿਹੜਾ ਹੈ ਉਸ ਨੂੰ ਉਸ ਸੂਰਜ ਜਿਹੜਾ ਹੈ ਉਹਨੂੰ ਗੁਪਤ ਕਰ ਲੈਂਦੇ ਨੇ, ਆਪੇ ਉਹਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਪ੍ਰਕਾਸ਼ ਕਰ ਦਿੰਦੇ ਨੇ। ਹੁਣ ਇੱਥੇ ਸੂਰਜ ਦੀ ਮਿਸਾਲ ਨਹੀਂ ਸਾਡੀ ਹੈ, ਆਪੇ ਨਿਰੰਕਾਰ ਨਿਰਗੁਣ ਸਰੂਪ ਹਨ। ਆਪੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਸਰਗੁਣ ਸਰੂਪ ਹਨ। ਆਪੇ ਨਿਰੰਕਾਰ ਜੀ ਸੂਰਜ ਰੂਪੀ ਬਣ ਕੇ ਸਾਨੂੰ ਗਿਆਨ ਦਿੰਦੇ ਨੇ। ਆਪੇ ਕਿਰਨਾਂ ਰੂਪੀ ਉਪਦੇਸ਼ ਜਿਹੜਾ ਉਹਨਾਂ ਦਾ ਸਾਡੇ ਅੰਦਰ ਨਿਰੰਕਾਰ ਜੀ ਵਸਾਉਂਦੇ ਨੇ। ਇਸ ਕਰਕੇ ਉਹ ਪ੍ਰਮਾਤਮਾ ਜਿਹੜਾ ਹੈ ਵਾਹਿਗੁਰੂ ਜੀ ਨੇ ਉਹ ਨਿਰਗੁਣ ਰੂਪ ਹੋ ਕੇ ਵੀ ਸਾਡੇ ਵਿੱਚ ਹੀ ਵਿਚਰ ਰਿਹਾ ਤੇ ਸਰਗੁਣ ਸਰੂਪ ਵੀ ਉਹ ਆਪ ਹੀ ਹਨ। ਸਰਗੁਣ ਨਿਰਗੁਣ ਥਾਪੈ ਨਾਉ, ਦੋਹ ਮਿਲ ਏਕੈ ਕੀਨੋ ਠਾਓ। ਵਾਹਿਗੁਰੂ ਜੀ ਕਹਿੰਦੇ ਨੇ ਇਹ ਤਾਂ ਉਹਦੀ ਰਚਾ ਹੈ, ਉਹਦੀ ਖੇਡ ਹੈ ਇੱਕ। ਇਹ ਸਰਗੁਣ ਤੇ ਨਿਰਗੁਣ ਦੋ ਨਾਂ ਹੀ ਰੱਖੇ ਉਸਨੇ, ਪਰ ਹੈ ਇੱਕੋ ਹੀ। ਦੋ ਮਿਲ ਏਕੇ ਕੀਨੇ ਠਾਓ, ਕਹਿੰਦੇ ਦੋਨਾਂ ਨੇ ਮਿਲ ਕੇ ਇਹ ਸੰਸਾਰ ਬਣਾਇਆ। ਦੋਨਾਂ ਨੇ ਨਿਰੰਕਾਰ ਸੱਚੇ ਪਾਤਸ਼ਾਹ ਨੇ ਇਹ ਪ੍ਰਮਾਤਮਾ ਦੇ ਟਿਕਣ ਵਾਸਤੇ ਇਹ ਸਰੀਰ ਬਣਾਇਆ, ਇੱਕ ਥਾਂ ਬਣਾਇਆ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ। ਕਹੋ ਨਾਨਕ ਗੁਰ ਭਰਮ ਪੋ ਖੋਇਆ, ਆਨੰਦ ਰੂਪ ਸਭ ਨੈਣ ਅਲੋਇਆ। ਨਿਰੰਕਾਰ ਜੀ ਕਹਿੰਦੇ ਨੇ ਜਿਸ ਵੇਲੇ ਜੀਵ ਪੂਰਨ ਤੌਰ ਤੇ ਸਾਰੇ ਭਰਮਾਂ ਤੇ ਡਰ ਜਿਹੜੇ ਹੁੰਦੇ ਉਹਨਾਂ ਨੂੰ ਦੂਰ ਕਰ ਦਿੰਦਾ ਹੈ, ਤੇ ਜਿਸ ਵੇਲੇ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਖੋਏ ਦਾ ਮਤਲਬ ਹੁੰਦਾ ਉਹਨਾਂ ਨੂੰ ਖੋਹ ਦਿੰਦਾ ਹੈ, ਉਹਨਾਂ ਨੂੰ ਦੂਰ ਕਰ ਦਿੰਦਾ ਹੈ, ਤਾਂ ਫਿਰ ਕੀ ਹੁੰਦਾ? ਆਨੰਦ ਰੂਪ ਸਭ ਨੈਣ ਅਲੋਇਆ। ਤੇ ਇਹ ਜਿਹੜੀਆਂ ਸਾਡੀਆਂ ਅੱਖਾਂ ਨੇ ਉਸ ਪ੍ਰਮਾਤਮਾ ਨੂੰ ਸਾਰੇ ਨੂੰ ਹਰ ਇੱਕ ਦੇ ਵਿੱਚ ਪਰਿਪੂਰਨ ਰੂਪ ਦੇ ਵਿੱਚ ਸਾਰਿਆਂ ਨੂੰ ਦੇਖਦੇ ਹਨ। ਇੱਕ ਹੋਰ ਕਰ ਲਓ। ਚਲੋ ਜੀ, ਅੱਜ ਇੰਨੀ ਹੀ ਆਪ ਜੀ ਨੇ ਸੇਵਾ ਸਾਡੀ ਪ੍ਰਵਾਨ ਕਰ ਲੈਣੀ। ਭਾਈ ਨਿਰੰਕਾਰ ਕਿਰਪਾ ਕਰੇ, ਮਿਹਰ ਕਰੇ ਸਤਿਗੁਰ ਸੱਚੇ ਪਾਤਸ਼ਾਹ ਜੀ। ਬੜੇ ਭਾਵੁਕ ਹੋ ਕੇ ਬਹੁਤ, ਮੈਂ ਜਿੱਦਾਂ ਪਹਿਲਾਂ ਬੇਨਤੀ ਕੀਤੀ ਸੀ, ਢਿੱਡ ਦੇ ਵਿੱਚੋਂ ਅਰਦਾਸਾਂ ਹੀ ਕਰਦੇ ਰਹਿੰਦੇ, ਅਰਦਾਸਾਂ ਹੀ ਕਰਦੇ ਨੇ। ਇਹ ਵਾਹਿਗੁਰੂ ਜੀ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜੇ ਸਾਡੇ
ਜਿਹੜੀ ਸੇਵਾ ਹੈ ਕਿ ਗੁਰੂ ਕੀ ਸੰਗਤ ਆਪਣੇ ਪ੍ਰਵਾਨ ਕਰ ਲੇ। ਨਿਰੰਕਾਰ ਜੀ ਆਪ ਜੀ ਦਾ ਜਿਹੜਾ ਗਿਆਨ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਟਿਕ ਜਾਵੇ। ਨਿਰੰਕਾਰ ਜੀ ਉਹਨਾਂ ਦਾ ਜਨਮ ਤੇ ਮਰਨ ਖਤਮ ਹੋ ਜਾਵੇ। ਬੈਠੇ ਜਿੰਨਾ ਚਿਰ ਇੱਥੇ ਹੁੰਦੇ ਆ ਸਦਾ ਹੀ ਢਿੱਡ ਦੇ ਵਿੱਚ ਅਰਦਾਸਾਂ ਹੁੰਦੀਆਂ, ਪਰ ਅਰਦਾਸਾਂ ਕਰਦਿਆਂ ਦੇ ਭਾਵੁਕ ਹੋ ਜਾਈਦਾ। ਬਹੁਤ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਗੁਰੂ ਕੀ ਸੰਗਤ ਬਖਸ਼ਾਉਂਦਾ, ਕਿਰਪਾ ਕਰਨੀ, ਮਿਹਰ ਕਰਨੀ, ਸਿਰ ਤੇ ਭਰਿਆ ਮਿਹਰ ਹੱਥ ਰੱਖਣਾ ਔਰ ਮਾਫੀ ਬਖਸ਼ਿਆ ਹੋਇਆ ਨੇ ਫਤਿਹ ਬੁਲਾ ਕੇ ਛੁੱਟੀਆਂ ਬਖਸ਼ਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।